ਤੁਹਾਨੂੰ ਵਾਸਤੇ ਮੈਂ ਆਹ ਸੌਫਟਵੇਅਰ ਯੂਜ਼ ਕਰਨ ਲੱਗਿਆ। ਇਹ ਸੌਫਟਵੇਅਰ ਦਾ ਨਾਮ ਹੈ EQ Soft। ਇਸ ਸੌਫਟਵੇਅਰ ਦੇ ਵਿੱਚ ਆਹ ਕਈ ਕੰਪਨੀਆਂ ਨੇ, ਇਹਨਾਂ ਦੇ ਵਿੱਚੋਂ ਮੈਂ ਇੱਕ ਕੰਪਨੀ ਨੀਚੇ ਚੱਲਦਾ, ਉਹਦਾ ਨਾਮ ਹੈ ਮਿਲਨ ਕਰਿਆਨਾ ਸਟੋਰ। ਦਿਸ ਇਸ ਕੰਪਨੀ ਦੀ ਰਿਟਰਨ ਮੈਂ ਇਹਦੇ ਥਰੂ ਭਰਨ ਲੱਗਿਆ। ਮੈਂ ਇਹਨੂੰ ਕਿਉਂ ਯੂਜ਼ ਕਰ ਰਿਹਾ? ਟੈਲੀ 'ਚ ਵੀ ਭਰ ਸਕਦੇ ਹਾਂ। ਟੈਲੀ 'ਚ ਮੇਰੇ ਕੋਲ ਕੋਈ ਡਾਟਾ ਨਹੀਂ ਹੈ। ਮੈਂ ਐਕਚੁਅਲ 'ਚ ਰੀਅਲ 'ਚ ਇੱਕ ਰਿਟਰਨ ਫਾਈਲ ਵੀ ਕਰਨੀ ਹੈ। ਉਹ ਰਿਟਰਨ ਫਾਈਲ ਕਰਦੇ ਮੈਂ ਸਾਰਾ ਪ੍ਰੋਸੈਸ ਤੁਹਾਨੂੰ ਸਮਝਾਉਣਾ ਕਿ ਰਿਟਰਨ ਕਿੱਦਾਂ ਫਾਈਲ ਕਰਦੇ ਹਾਂ। ਤੋ ਰਿਟਰਨ ਫਾਈਲ ਕਰਨ ਵਾਸਤੇ ਰੀਅਲ 'ਚ ਡਾਟਾ ਇਹਦਾ ਹੈਗਾ ਮੇਰੇ ਕੋਲੇ। ਮੈਂ ਇਹ ਫਰਮ ਨੂੰ, ਜਿਵੇਂ ਟੈਲੀ ਆਪਾਂ ਚਲਾਉਂਦੇ ਹਾਂ ਤਾਂ ਕੰਪਿਊਟਰ ਪੁੱਛਦਾ ਕਿਹੜੀ ਕੰਪਨੀ ਖੋਲ੍ਹਣੀ ਹੈ, ਇੱਦਾਂ ਹੀ ਇਹ EQ Soft ਟੈਲੀ ਵਰਗੀ ਸੌਫਟਵੇਅਰ ਹੈ। ਇਹ NLC 'ਚ ਅਸੀਂ ਬਣਾਇਆ ਹੋਇਆ। ਇਹਦੇ ਵਿੱਚ ਇਹ ਕੰਪਨੀ ਹੈ ਮਿਲਨ ਕਰਿਆਨਾ ਸਟੋਰ। ਇਹਨਾਂ ਦਾ ਕੰਮ ਡਾਟਾ ਅਪ ਟੂ 31 ਦਸੰਬਰ ਤੱਕ ਦਾ ਕੰਮ ਇਹਦਾ ਮੇਰੇ ਕੋਲੇ ਪਿਆ। ਅਤੇ ਇਹ ਜਿਹੜੀ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਦਿੰਦਾ, ਇਹ ਫਰਮ ਇੱਥੇ ਨਹੀਂ ਹੈ, ਫਰਮ ਮੋਹਾਲੀ ਦੇ ਨੇੜੇ ਇੱਕ ਸ਼ਾਪ ਹੈ। ਇਹ ਆਪਣੇ ਕੰਪਿਊਟਰ 'ਤੇ, ਉਹਨਾਂ ਦੇ ਕੰਪਿਊਟਰ 'ਤੇ ਵੀ ਮੈਂ ਇਹ ਸੌਫਟਵੇਅਰ ਪਾਇਆ ਹੋਇਆ। ਆਪਣੀ ਬਿਲਿੰਗ, ਆਪਣੀ ਸੇਲ ਪਰਚੇਜ਼ ਆਪ ਕਰਦੇ ਆ, ਐਂਟਰੀਆਂ ਆਪ ਪਾਉਂਦੇ ਨੇ। ਮੈਨੂੰ ਉਹ ਬੈਕਅਪ ਭੇਜ ਦਿੰਦੇ ਹੁੰਦੇ ਨੇ 10 ਤਰੀਕ ਤੋਂ ਪਹਿਲਾਂ ਤੋਂ 10 ਤਰੀਕ ਅੱਜ ਹੀ ਹੈ। ਮੈਂ ਉਹਨਾਂ ਦਾ ਡਾਟਾ ਇੱਥੇ ਰੀਸਟੋਰ ਕਰ ਲੈਂਦਾ ਆ। ਰੀਸਟੋਰ ਕਰਕੇ ਉਹਨਾਂ ਦੀ ਰਿਟਰਨ ਮੈਂ ਭਰ ਦਿੰਦਾ ਆ। ਮਤਲਬ ਕਿ ਡਾਟਾ ਐਂਟਰੀ ਉਹ ਆਪ ਕਰਦੇ ਨੇ, ਰਿਟਰਨ ਭਰਨ ਦੀ ਰਿਸਪੌਂਸਿਬਿਲਿਟੀ ਮੈਂ ਆਪਣੇ 'ਤੇ ਲਈ ਹੋਈ ਹੈ। ਮੈਂ ਇਸ ਕੰਪਨੀ ਨੂੰ ਉਹਦਾ ਡਾਟਾ ਲਿਆ ਕੇ ਇੱਥੇ ਰੀਸਟੋਰ ਕੀਤਾ ਹੋਇਆ। ਇਸ ਕੰਪਨੀ ਨੂੰ ਮੈਂ ਓਪਨ ਕਰਨ ਲੱਗਿਆ, ਕੰਪਿਊਟਰ ਪੁੱਛਦਾ ਇਹਦਾ ਪਾਸਵਰਡ, ਮੈਂ ਲਿਖਤਾ, ਐਂਟਰ ਦਬਿਆ, ਖੁੱਲ੍ਹ ਗਈ। ਤੁਹਾਨੂੰ ਦਿਖਾਵਾਂ ਇਹਦੇ ਵਿੱਚ ਕੀ ਹੈਗਾ। ਰਿਪੋਰਟਸ ਮੀਨੂ ਦੇ ਵਿੱਚ, ਇਹਦੇ 'ਚ ਨਾ ਜਿਵੇਂ ਆਪਾਂ ਟੈਲੀ 'ਚ ਵੀ ਡਿਸਪਲੇ ਮੀਨੂ 'ਚ ਸੇਲ ਜਾਂ ਅਕਾਊਂਟ ਬੁੱਕਸ ਵਿੱਚ ਸੇਲ ਬੁੱਕ ਆਉਂਦੀ ਹੈ ਨਾ, ਪ੍ਰੀਵੀਅਸ ਮੰਥ ਜਿੱਥੇ ਆਪਾਂ ਹੁਣ ਆਪਾਂ ਜਨਵਰੀ 'ਚ ਆ ਨਾ, ਇਸ ਤੋਂ ਪ੍ਰੀਵੀਅਸ ਮੰਥ ਦਸੰਬਰ ਸੀਗਾ। ਜਦੋਂ ਮੈਂ ਕਲਿੱਕ ਕਰੂੰਗਾ ਤਾਂ ਦਸੰਬਰ ਦੀ ਇੱਥੇ ਡੇਟ ਆਪੇ ਚੂਜ਼ ਹੋ ਗਈ। ਆਪਾਂ ਆਪ ਵੀ ਭਰ ਸਕਦੇ ਸੀਗੇ 1/12 ਤੋਂ 31/12 ਤੱਕ, ਬਟ ਇਹ ਬਟਨ ਈਜ਼ੀ ਬਣਿਆ ਹੋਇਆ। ਅਤੇ ਹੁਣ ਮੈਂ ਜੇ ਡਿਸਪਲੇ 'ਤੇ ਕਲਿੱਕ ਕਰਦਾ ਹਾਂ ਤਾਂ ਕੰਪਿਊਟਰ ਮੈਨੂੰ ਦਿਖਾ ਦਿੰਦਾ ਹੈ ਕਿ ਇਹ ਜਿਹੜੀ ਇਹ ਕੰਪਨੀ ਉਹਦੀ ਰੀਅਲ ਦੇ ਵਿੱਚ ਇਹ ਡਾਟਾ ਆ, ਉਹਨਾਂ ਦੇ 31 ਤੱਕ ਦੇ ਜਿਹੜੀ ਸੇਲ ਆ ਉਹ ਦਿਖ ਰਹੀ ਆ। ਜਿਵੇਂ 31 ਤਰੀਕ ਨੂੰ ਆਹ ਬਿੱਲ ਦਾ ਨੰਬਰ ਹੈ 988। ਕੈਸ਼ ਸਮਾਨ ਵਿੱਚ ਆ 7200 ਦਾ ਸਮਾਨ ਸੀ, ਟੈਕਸ ਫ੍ਰੀ ਸੀਗਾ, ਇਹ 'ਚ ਕੋਈ ਟੈਕਸ ਨਹੀਂ ਹੈ ਤਾਂ 7200 ਹੀ ਰਹਿ ਗਏ। ਮੈਂ ਇਸ ਨੂੰ ਬਿੱਲ ਦਿਖਾਉਣਾ ਚਾਹੁੰਦਾ ਹਾਂ। ਐਂਟਰ ਕਰੋ। ਐਂਟਰ ਕਰਨ 'ਤੇ ਬਿੱਲ ਦਿਖਿਆ। ਇਹਦੇ 'ਚ ਵੇਸਣ ਗਿਆ 90 ਕਿਲੋ 80 ਰੁਪਏ ਰੇਟ ਨੂੰ, 7200 ਦਾ। ਵੇਸਣ ਦੇ ਉੱਤੇ ਸਰਕਾਰ ਟੈਕਸ ਨਹੀਂ ਲੈ ਰਹੀ ਹੈਗੀ, ਇਸ ਕਰਕੇ ਟੈਕਸ ਦੀ ਅਮਾਊਂਟ 0 ਹੈ। ਵੇਸਣ ਟੈਕਸ ਫ੍ਰੀ ਹੈ। ਮੈਂ ਇਹਨੂੰ ਕਲੋਜ਼ ਕਰ ਦਿੰਦਾ। ਇਸ ਤੋਂ ਪਿੱਛੇ ਹੋਰ ਅਗਲਾ ਬਿੱਲ, ਮੰਨ ਲਓ ਆਹ ਬਿੱਲ ਹੈ, ਇਹਨੂੰ ਐਂਟਰ ਕਰਾਂਗੇ, ਬਿੱਲ ਖੁੱਲ੍ਹ ਜੂਗਾ। ਇਹ ਬਿੱਲ ਦਾ ਨੰਬਰ ਹੈ 987। 987 ਨੰਬਰ ਬਿੱਲ ਦੇ ਵਿੱਚ ਮਸ਼ਾਲ ਆਇਲ 500 ਗ੍ਰਾਮ ਵਾਲਾ ਮਸ਼ਾਲ ਤੇਲ ਉਹਨੇ ਯਾਦ ਕਰ ਲਏ, ਯਾਨੀ ਉਹਨੇ ਆਪਣੇ ਅੰਦਰ ਨੋਟ ਕੀਤੇ ਹੋਏ ਨੇ। ਹੁਣ ਮੈਂ ਚਲੋ ਇਹ ਬਿੱਲ ਚੇਂਜ ਨਹੀਂ ਕਰਨਾ ਚਾਹੁੰਦਾ, ਕਿਉਂਕਿ ਬਿੱਲ ਤਾਂ ਰੀਅਲ 'ਚ ਕਿਸੇ ਦਾ 4 ਪੇਟੀਆਂ ਲੈ ਕੇ ਗਿਆ, ਮੈਂ ਇੱਕ ਪੇਟੀ ਤੁਹਾਨੂੰ ਦਿਖਾ ਰਿਹਾ ਸੀਗਾ, ਇਸ ਲਈ ਚੇਂਜਸ ਨਹੀਂ ਕਰਨਾ, ਕੈਂਸਲ ਕਰ ਦੇਣਾ ਜਿਹੜਾ ਪਹਿਲਾਂ ਸਮਝ ਰਹਿ ਗਿਆ। ਕਲੋਜ਼। ਹੋਰ ਕੋਈ ਮੈਂ ਆਈਟਮ ਦਿਖਾਉਣਾ, ਇਹਨੂੰ ਕਹਿੰਦਾ, ਕੰਪਿਊਟਰ ਪੁੱਛਦਾ ਡੂ ਯੂ ਵਾਂਟ ਟੂ ਕਲੋਜ਼ ਦਿਸ ਬਿੱਲ। ਸੇਵ ਨਹੀਂ ਕੀਤਾ, ਮੈਂ ਕਹੂੰਗਾ ਯੈਸ ਆਈ ਵਾਂਟ ਟੂ ਕਲੋਜ਼। ਇਹ ਉਵੇਂ ਰਹਿ ਗਿਆ ਬਿੱਲ ਜਿਵੇਂ ਪਹਿਲਾਂ ਸੀ। ਕੋਈ ਹੋਰ ਬਿੱਲ ਦਿਖਾਉਣਾ, ਫਾਰ ਐਗਜ਼ਾਮਪਲ ਇੱਕ ਬਿੱਲ ਮੈਂ ਤੁਹਾਨੂੰ ਦਿਖਾਉਣਾ 980 79 78 77, ਜਿਵੇਂ 976 ਨੰਬਰ ਬਿੱਲ ਹੈ। ਇਹ 2 ਵਾਰੀ ਆਇਆ। ਇਹ 2 ਵਾਰੀ ਕਿਉਂ ਆਏ? 'ਚ ਆਈਟਮਾਂ ਜ਼ਿਆਦਾ ਹੋਣਗੀਆਂ, ਆਈਟਮਾਂ ਦੀ ਵੈਰਾਈਟੀ ਹੋਊਗੀ। ਆਹ ਬਿੱਲ ਖੋਲ੍ਹ ਕੇ ਦਿਖਾਉਣਾ। ਇਸ ਬਿੱਲ ਦੇ ਵਿੱਚ ਇੱਕ ਤਾਂ ਆਹ ਸਮਾਨ ਹੈ ਰਾਗ ਗੋਲਡ। ਇਹ ਰਾਗ ਗੋਲਡ ਵੀ ਤੇਲ ਹੀ ਹੈ, ਇਹ ਆਪਣੀ ਰਿਫਾਈਨਡ ਆਇਲ ਹੋਊਗਾ। ਇਹ ਡੱਬਿਆਂ 'ਚ ਹੈ, ਪੇਟੀਆਂ 'ਚ ਹੈ। 5 ਪੇਟੀਆਂ 1120 ਰੁਪਏ ਦੀ ਰੇਟ ਮੁਕੀ ਹੋਈ ਹੈ। ਔਰ ਇਹਦੇ 'ਚ ਵੇਰਕਾ ਦੇਸੀ ਘਿਓ ਵੀ ਹੈਗਾ। ਜਿਹੜਾ ਵੇਰਕਾ ਦੇਸੀ ਘਿਓ ਹੈ 1 ਲੀਟਰ ਵਾਲਾ, ਇਹਦੇ 'ਤੇ ਜਿਹੜਾ ਗੌਰਮੈਂਟ ਟੈਕਸ ਲੈਂਦੀ ਉਹ 12% ਹੈ, ਅਤੇ ਜਿਹੜਾ ਰਾਗ ਗੋਲਡ ਤੇਲ ਆ ਉਹਦੇ 'ਤੇ 5% ਆ। ਯਾਨੀ ਇਹ ਆਈਟਮ ਦੇ ਉੱਤੇ ਟੈਕਸ ਅਲੱਗ-ਅਲੱਗ ਰੇਟਾਂ ਵਾਲੇ ਨੇ। ਇੱਕ ਆਈਟਮ 5% ਵਾਲੀ ਹੈ, ਦੂਜੀ ਆਈਟਮ 12% ਵਾਲੀ ਹੈ। ਅਤੇ 5% ਵਾਲੀ ਦੇ ਉੱਤੇ ਅਲੱਗ ਟੈਕਸ ਦਾ ਰੇਟ ਉਸ ਹਿਸਾਬ ਨਾਲ ਜਿੰਨਾ ਬਣਦਾ ਉਹ ਲਿਖਿਆ, 12% ਦੇ ਉੱਤੇ ਜਿੰਨਾ ਟੈਕਸ ਆ ਉਹ ਲਿਖ ਦਿੱਤਾ। ਅਤੇ ਜਦੋਂ ਇਹ ਬਿੱਲ ਆਪਾਂ ਉੱਧਰ ਚੈੱਕ ਕਰਦੇ ਹਾਂ ਨਾ, ਇੱਧਰ ਆਪਾਂ ਨੂੰ ਇਹ ਬਿੱਲ 2 ਵਾਰੀ ਇਸ ਲਈ ਦਿਖ ਰਿਹਾ ਕਿ ਉਹ ਦਿਖਾ ਰਿਹਾ ਕਿ 5% ਵਾਲੀ ਆਈਟਮ ਇੰਨੇ ਰੁਪਏ ਦੀ ਆ, ਉਹਦੇ ਉੱਤੇ ਟੈਕਸ ਇੰਨਾ ਬਣਦਾ ਆ। 12% ਵੀ ਲਿਖਿਆ ਨਾ, 12% ਵਾਲੀ ਆਈਟਮ ਇੰਨੇ ਰੁਪਏ ਦੀ ਆ, ਟੈਕਸੇਬਲ ਅਮਾਊਂਟ ਇੰਨੀ ਹੈ, ਟੈਕਸ ਪਾ ਕੇ ਟੋਟਲ ਇੰਨੀ ਬਣ ਗਈ। ਹੁਣ ਗਾਹਕ ਨੇ ਸਮਾਨ ਖਰੀਦਣ ਲੱਗਿਆ, ਆਪਾਂ ਨੂੰ ਆਹ ਪੈਸੇ ਦਿੱਤੇ ਨੇ ਜਿਹੜੇ ਇੱਧਰ ਟੋਟਲ 'ਚ ਲਿਖੇ ਹੋਏ ਨੇ। ਇਹ ਟੋਟਲ ਦੇ ਜਿਹੜੇ ਰੁਪਈਏ ਆਪਣੇ ਕੋਲ ਆਏ ਨੇ, ਇਹਨਾਂ ਵਿੱਚੋਂ 133 ਸੈਂਟਰ ਦਾ, 133 ਸਟੇਟ ਦਾ ਇਹ ਟੈਕਸ ਹੈ। ਸਾਨੂੰ ਇੰਨੇ ਮਿਲਣੇ ਆ। ਜਿਹੜਾ ਆਹ ਟੈਕਸ ਗਾਹਕ ਤੋਂ ਆਪਾਂ ਲਿਆ, ਇਹ ਆਪਣੇ ਕੋਲੇ ਅਮਾਨਤ ਪਈ ਹੈ ਗਵਰਨਮੈਂਟ ਦੀ, ਇਹ ਗਵਰਨਮੈਂਟ ਨੂੰ ਦੇਣੀ ਹੈ। ਅਤੇ ਗਵਰਨਮੈਂਟ ਨੂੰ ਟੈਕਸ ਪੇ ਕਰਨ ਵਾਸਤੇ ਪ੍ਰੋਸੈਸ ਇਹ ਹੈ, ਪਹਿਲਾਂ 10 ਤਰੀਕ ਲਾਸਟ ਡੇਟ ਹੈ, 10 ਤੋਂ ਪਹਿਲਾਂ ਜਦੋਂ ਮਰਜ਼ੀ, ਯਾਨੀ ਜਿਵੇਂ ਦਸੰਬਰ ਲੰਘ ਗਈ
31 ਦਸੰਬਰ ਤੋਂ ਬਾਅਦ 1 ਜਨਵਰੀ ਤੋਂ ਲੈ ਕੇ 10 ਜਨਵਰੀ ਦੇ ਵਿੱਚ ਕਿਸੇ ਵੀ ਸਮੇਂ ਦੁਕਾਨਦਾਰ ਦਾ ਜਿਹੜਾ ਅਕਾਊਂਟੈਂਟ ਹੈ ਜਾਂ ਦੁਕਾਨਦਾਰ ਅਗਰ ਆਪ ਅਕਾਊਂਟੈਂਟ ਹੈ ਤਾਂ ਆਪਣੀ ਰਿਟਰਨ ਭਰੂਗਾ। ਤੋ ਇਸ ਕੰਪਨੀ ਦੀ ਰਿਟਰਨ ਭਰਦੇ ਲੇਟ ਹੋ ਗਈ, ਆਪਾਂ ਅੱਜ ਦੀ ਭਰਨ ਲੱਗਿਆ ਰਿਟਰਨ, ਅੱਜ ਹੀ ਲਾਸਟ ਡੇਟ ਹੈ। ਜੇ ਅੱਜ ਤੋਂ ਲੇਟ ਭਰਾਂਗੇ ਤਾਂ ਪੈਨਲਟੀ ਪਊਗੀ। ਜਿਹੜੀ ਇਹ ਰਿਟਰਨ ਹੁਣ ਭਰਨ ਲੱਗੇ ਆ GSTR 1, ਇਹਦੇ ਵਿੱਚ ਆਪਾਂ ਸਿਰਫ ਸੇਲ ਦਾ ਹਿਸਾਬ ਦੇਣਾ ਹੈ। ਸਾਡੀ ਸੇਲ ਕਿੰਨੀ ਹੈ, ਟੈਕਸ ਦੀ ਪੇਮੈਂਟ ਅਸੀਂ ਹਲੇ ਬਾਅਦ 'ਚ ਕਰਾਂਗੇ। ਜਦੋਂ ਆਪਣੀ ਸਾਰੀ ਇਹ ਜੋ ਡਿਟੇਲ ਇਸ ਵੇਲੇ ਦਿਖ ਰਹੀ ਹੈ ਵੀ ਮੇਰੀ ਸੇਲ ਕਿੰਨੀ ਹੈ, ਨੀਚੇ ਦੇਖੋ ਟੋਟਲ ਲੱਗਿਆ ਹੋਇਆ ਡਿਊਰਿੰਗ ਦੀ ਮੰਥ ਆਫ ਦਸੰਬਰ, ਜਿਹੜੀ ਮੇਰੀ ਟੋਟਲ ਸੇਲ ਹੈ, ਸੇਲ ਬਿਨਾਂ ਟੈਕਸ ਤੋਂ ਆ ਟੋਟਲ ਅਮਾਊਂਟ ਹੈ। ਬਿਨਾਂ ਟੈਕਸ ਤੋਂ ਜਿਹੜੀ ਅਮਾਊਂਟ ਹੈ ਇਹ ਮੈਂ ਇੱਧਰ ਸਾਈਡ ਤੇ ਲਿਖ ਲੈਣਾ। ਸਪੋਜ਼ ਦੈਟ ਨੋਟਪੈਡ 'ਚ ਤੁਹਾਨੂੰ ਸਮਝਾਉਣ ਵਾਸਤੇ ਲਿਖਦਾ। ਇਹ ਹੈਗੀ ਆ 21,43,579 ਰੁਪਏ 66 ਪੈਸੇ। ਇਹਨੂੰ ਮੈਂ ਵੱਡਾ ਵੀ ਕਰ ਲਵਾਂ, 2 ਮਿੰਟ, ਤੁਹਾਨੂੰ ਦਿਖ ਜਵੇ ਈਜ਼ੀ। ਇਹ ਇੰਨੇ ਰੁਪਏ ਦਾ ਸਮਾਨ ਵੇਚਿਆ, ਇਹਨੂੰ ਆਪਾਂ ਇੱਥੇ ਲਿਖ ਦਿੰਦੇ ਹਾਂ ਮੂਹਰੇ ਇਹਦੇ ਕਿ ਇਹ ਹੈਗੀ ਆ ਟੈਕਸੇਬਲ ਅਮਾਊਂਟ। ਟੈਕਸੇਬਲ ਅਮਾਊਂਟ ਕਿੰਨੀ, ਇੰਨੀ, ਯਾਨੀ ਇੰਨੇ ਰੁਪਏ ਦਾ ਸਮਾਨ ਆਪਾਂ ਵੇਚਿਆ, ਕੱਲਾ ਸਮਾਨ, ਟੈਕਸ ਨਹੀਂ। ਟੈਕਸ ਕਿੰਨਾ ਇਹਦੇ ਬਣਿਆ, CGST, ਇਹ ਹੋ ਗਿਆ CGST ਆਊਟਪੁੱਟ ਡਿਊਰਿੰਗ ਦਾ ਮੰਥ ਆਫ ਓਨਲੀ, ਕਿਹੜਾ ਮੰਥ, ਓਨਲੀ ਦਸੰਬਰ। ਇਸ ਮਹੀਨੇ ਦਾ ਜਿਹੜਾ ਟੋਟਲ ਟੈਕਸ ਬਣਦਾ ਆ ਸੈਂਟਰ ਦਾ, ਉਹ ਬਣਦਾ 40,881 ਰੁਪਏ 4 ਪੈਸੇ। ਇੱਦਾਂ ਹੀ SGST ਆਊਟਪੁੱਟ ਉਹ ਵੀ ਸੇਮ ਉਨਾ ਹੀ ਬਣੂਗਾ, ਕਿਉਂਕਿ ਜਿੰਨਾ ਇਨਪੁੱਟ ਜਿੰਨਾ ਸੈਂਟਰ ਦਾ ਉਨਾ ਹੀ ਸਟੇਟ ਦਾ ਬਰਾਬਰ ਹਿੱਸੇਦਾਰੀ ਹੈ। ਤਾਂ ਇਹ ਵੀ ਬਣ ਗਿਆ 40,881 ਰੁਪਏ 4 ਪੈਸੇ। ਇਹ ਟੈਕਸ ਹੁਣ ਜਦੋਂ ਅਸੀਂ ਇਹ ਡਿਟੇਲ ਗਵਰਨਮੈਂਟ ਨੂੰ ਦੇ ਦੇਣੀ ਹੈ ਤਾਂ ਗਵਰਨਮੈਂਟ ਨੂੰ ਇਹ ਸਮਝ ਲੱਗ ਜਾਣੀ ਹੈ, ਗਵਰਨਮੈਂਟ ਦੇ ਘਰ ਇਹ ਗੱਲ ਸਾਡੀ ਜਾਣਕਾਰੀ ਪਹੁੰਚ ਜਾਣੀ ਹੈ ਕਿ ਇੰਨਾ ਟੈਕਸ ਸਾਡੀ ਦੇਣਦਾਰੀ ਹੈ। ਇਹ ਟੈਕਸ ਅਸੀਂ ਕੋਲੋਂ ਨਹੀਂ ਪੇ ਕਰ ਰਹੇ, ਇਹ ਟੈਕਸ ਅਸੀਂ ਆਪਣੇ ਕਸਟਮਰਸ ਨੂੰ ਸਮਾਨ ਵੇਚ ਕੇ ਉਹਨਾਂ ਤੋਂ ਕਲੈਕਟ ਕੀਤਾ ਹੋਇਆ। ਇਹ ਸਾਡੀ ਕੀ ਹੋਈ, ਇਹਨੂੰ ਮੈਂ ਪੰਜਾਬੀ 'ਚ ਇੱਥੇ ਲਿਖ ਦੇਣਾ ਜਾਂ ਇੰਗਲਿਸ਼ ਦੇਣਾ, ਲਾਇਬਿਲਿਟੀ। ਲਾਇਬਿਲਿਟੀ ਮਤਲਬ ਦੇਣਦਾਰੀ, ਆ ਵੀ ਲਾਇਬਿਲਿਟੀ ਹੈ। ਦੇਣਦਾਰੀ ਆਪਣੇ ਕੋਲੋਂ ਨਹੀਂ ਪਾ ਰਹੇ, ਕਸਟਮਰਸ ਤੋਂ ਲਈਆਂ ਹੋਈਆਂ ਨੇ ਅਮਾਊਂਟਾਂ, ਆਪਣੇ ਕੋਲੇ ਪਈ ਹੈ, ਇਹ ਹੁਣ ਆਪਾਂ ਪੇ ਕਰਨੀ ਹੈ। ਪੇ ਕਰਨ ਦੀ ਡੇਟ ਅੱਜ ਨਹੀਂ ਹੈਗੀ, ਪੇ ਕਰਨ ਦੀ ਡੇਟ 20 ਤਰੀਕ ਹੈ। ਆਪਾਂ ਅੱਜ ਦੀ ਡੇਟ ਸਿਰਫ ਹਿਸਾਬ ਦੇਣਾ ਕਿ ਮੇਰੀ ਸੇਲ ਇੰਨੀ ਹੈ ਜੀ, ਇਹਦੇ ਤੇ ਇੰਨਾ ਮੇਰਾ ਟੈਕਸ ਕਲੈਕਟ ਹੋ ਗਿਆ। ਇਹ ਹਿਸਾਬ ਸਾਰੇ ਦੁਕਾਨਦਾਰਾਂ ਨੇ ਦੇ ਦੇਣਾ ਅੱਜ, ਤੇ ਗਵਰਨਮੈਂਟ ਕੋਲੇ ਰਾਤ ਤੱਕ ਇਕੱਠਾ ਹੋ ਜੂ ਡਾਟਾ, ਜਾਂ ਕੱਲ ਮਾਰਨਿੰਗ ਤੱਕ ਡਾਟਾ ਇਕੱਠਾ ਹੋ ਜਾਊਗਾ ਕਿ ਟੋਟਲ ਸਾਰੀ ਇੰਡੀਆ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੇ ਕਿੰਨਾ ਸਮਾਨ ਵੇਚਿਆ। ਉਹ ਜਿੰਨਾ ਟੋਟਲ ਟੈਕਸ ਬਣੂਗਾ, ਕਰੋੜਾਂ ਅਰਬਾਂ ਖਰਬਾਂ ਜਿੰਨਾ ਵੀ, ਉਹ ਸਰਕਾਰ ਨੂੰ ਪਤਾ ਲੱਗ ਗਿਆ ਵੀ ਇੰਨਾ ਟੈਕਸ ਟੋਟਲ ਬਣਦਾ ਹੈ। ਤੇ ਪੇਮੈਂਟ ਦੀ ਡੇਟ 20 ਤਰੀਕ ਲਾਸਟ ਹੈ, ਉਹਦੀ ਰਿਟਰਨ ਅਲੱਗ ਹੈ, ਉਹਨੂੰ ਆਪਾਂ GSTR 3B ਕਹਿੰਦੇ ਆ। ਵਿਚਾਲੇ ਇੱਕ ਹੋਰ ਰਿਟਰਨ ਹੈ, ਮੈਂ ਉਹ ਵੀ ਕੋਸ਼ਿਸ਼ ਕਰੂੰਗਾ ਅੱਜ ਦੀ ਕਲਾਸ 'ਚ ਸਮਝਾ ਦਵਾਂ। GSTR 2 ਵੀ ਇੱਕ ਰਿਟਰਨ ਹੈ, ਉਹਦੇ ਬਾਰੇ ਵੀ ਡਿਟੇਲ ਦਊਂਗਾ। ਹਲੇ ਮੈਂ GSTR 1 ਮਤਲਬ ਆਪਣੀ ਸੇਲ ਦਾ ਹਿਸਾਬ ਸਮਝਾਉਣਾ, ਗਵਰਨਮੈਂਟ ਤੱਕ ਪਹੁੰਚਾਉਣਾ, ਉਹ ਦੱਸਣਾ ਹੈ। ਹੁਣ ਇਹਦੇ ਵਿੱਚ ਇਹਨੂੰ ਮੈਂ ਨੀਚੇ ਕਰ ਲਿਆ, ਆਪਾਂ ਆਪਣੇ ਵਾਪਸ ਆ ਗਏ। ਇਹਦੇ ਵਿੱਚ ਜਿਹੜੀਆਂ ਸਾਰੀਆਂ ਸੇਲਸ ਨੇ, ਇਹ ਜਿਹੜੀਆਂ ਸੇਲਸ ਨੇ ਨਾ, ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ, ਇੱਕ ਮਿੰਟ ਉੱਪਰ ਜਾ ਰਿਹਾ। ਇਹ ਸਾਰੀ ਇਸ ਮਹੀਨੇ ਦੀ ਸੇਲ ਹੈ। ਆਹ ਦੇਖੋ, ਕੁਝ ਕੁ ਸੇਲ ਇੱਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਰਟੀ ਦਾ GST ਨੰਬਰ ਵੀ ਲਿਖਿਆ ਹੋਇਆ। ਜਿਵੇਂ ਆਹ ਸਮਾਨ ਵੇਚਿਆ ਹੈ ਓਮ ਸੁਪਰ ਸਟੋਰ ਨੂੰ, ਇਹਦਾ ਆਹ GST ਨੰਬਰ ਲਿਖਿਆ ਹੋਇਆ। ਤੇ ਜਿਹੜਾ ਆਹ ਸੇਲ ਹੈ, ਇਹਨਾਂ ਤੇ GST ਨੰਬਰ ਨਹੀਂ ਲਿਖੇ, ਖਾਲੀ ਨੇ। ਤਾਂ ਤੁਸੀਂ ਦੱਸ ਸਕਦੇ ਹੋ ਜਿਹੜੀ ਆਹ GST ਨੰਬਰ ਲਿਖਿਆ ਹੋਇਆ, ਇਹਦਾ ਮਤਲਬ ਕਿ ਸਮਾਨ ਜਿਹਨੂੰ ਵੇਚਿਆ ਉਹ ਕਸਟਮਰ ਦਾ ਅੱਗੇ ਸਾਡੇ ਵਾਂਗੂ ਸਟੋਰ ਹੈ, ਉਹ ਅੱਗੇ ਵੀ ਬਿਜ਼ਨਸ ਹੈ। ਤੇ ਜਿਹੜੀ ਆਹ ਸੇਲ ਕੀਤੀ ਹੋਈ ਹੈ, ਇਹ ਕੰਜ਼ਿਊਮਰ ਨੂੰ ਸੇਲ ਕੀਤੀ ਹੋਈ ਹੈ, ਉਹਦਾ ਆਪਣਾ GST ਨੰਬਰ ਨਹੀਂ ਹੈਗਾ। ਹੋ ਸਕਦਾ 14,000 ਦਾ ਸਮਾਨ ਕੋਈ ਕਸਟਮਰ ਘਰ ਵਾਸਤੇ ਨਾ ਲੈ ਕੇ ਗਿਆ ਹੋਵੇ, ਲੈ ਕੇ ਉਹ ਵੀ ਦੁਕਾਨਦਾਰੀ ਗਿਆ ਹੋਵੇ, ਬਟ ਉਹ ਛੋਟੇ ਦੁਕਾਨਦਾਰ ਨੇ, ਉਹਨਾਂ ਦਾ GST ਨੰਬਰ ਨਹੀਂ ਹੈ। ਜਿਹੜੀ ਆਹ ਸੇਲ ਹੈ, ਇਹ ਉਸ ਦੁਕਾਨਦਾਰ ਦੀ ਹੈ ਜਿਹਦਾ ਸਾਡੇ ਵਾਂਗੂ GST ਨੰਬਰ ਵੀ ਹੈ। ਤੋ ਤੁਸੀਂ ਕੁਝ ਯਾਦ ਕਰੋ, ਆਪਾਂ ਸੇਲ ਦੇ ਬਿੱਲ ਨੂੰ ਦੋ ਕਿਸਮਾਂ 'ਚ ਵੰਡ ਦਈਏ। ਇੱਕ ਹੁੰਦੇ ਨੇ B2B, ਇੱਕ ਹੁੰਦੇ ਨੇ B2C ਹੁੰਦੇ ਆ। B2B ਉਹ ਬਿੱਲ ਜਿਹੜੇ ਆਪਾਂ ਬਿਜ਼ਨਸ ਤੋਂ ਬਿਜ਼ਨਸ ਨੂੰ ਵੇਚੇ ਹੋਏ ਨੇ। ਤੋ ਜਿਹੜਾ ਇਹ ਵਾਲਾ ਬਿੱਲ ਹੈ 950 ਨੰਬਰ ਬਿੱਲ ਜਿੱਥੇ ਹੁਣ ਕਰਸਰ ਹੈ, ਜਾਂ 949 ਨੰਬਰ ਬਿੱਲ ਜਿੱਥੇ ਹੁਣ ਕਰਸਰ ਹੈ, ਇਹਨਾਂ ਬਿੱਲਾਂ ਨੂੰ ਆਪਾਂ ਕਹਿ ਦਾਂਗੇ B2B ਦੀ ਸੇਲ। ਜਿਹੜੇ ਆਹ ਵਾਲੇ ਬਿੱਲ ਨੇ ਜਿਨ੍ਹਾਂ ਦੇ ਉੱਤੇ GST ਨੰਬਰ ਨਹੀਂ ਹੈਗਾ, ਉਹਨੂੰ ਆਪਾਂ ਕਹਾਂਗੇ B2C ਵਾਲੀ ਸੇਲ। ਆਪਾਂ ਉੱਪਰ ਚੱਲਦੇ ਹਾਂ, ਇੱਕ ਮਿੰਟ ਉੱਪਰ ਹੋਰ ਦੇਖਿਓ, ਆਹ ਹੈਗੇ ਨੇ ਹੋਰ ਵੀ ਬਿੱਲ। ਪੰਜਾਬ ਖਾਲਸਾ ਇੱਕ ਕੰਪਨੀ ਦਾ ਜਾਂ ਦੁਕਾਨ ਦਾ ਨਾਮ ਹੈ,
ਜਿਹਨੂੰ ਸਮਾਨ ਸੇਲ ਕੀਤਾ ਕਸਟਮਰ ਦਾ ਨਾਮ ਹੈ, ਇਸ ਕਸਟਮਰ ਦਾ ਵੀ GST ਨੰਬਰ ਹੈਗਾ ਆ। ਹੋਰ ਉੱਪਰ ਚਲਿਓ, ਆ ਵਿੱਚ ਹੋਰ ਵੀ ਨੇ, ਮਤਲਬ ਜਿਹੜੇ ਸਮਾਨ B2B ਵਾਲੇ ਨੇ ਉਹ ਵੀ ਵਿੱਚ ਹੀ ਮਿਕਸ ਨੇ, B2C ਵਾਲੇ ਵੀ ਮਿਕਸ ਨੇ। ਜ਼ਿਆਦਾਤਰ ਸੇਲ B2C ਹੈ, ਵਿੱਚੋਂ ਕੋਈ ਬਿੱਲ B2B ਵਾਲੇ ਵੀ ਨੇ। तो जो असी GSTR 1 जी रिटर्न भर लगे सेल की, ये जो भरनी है तो आप B2B की पूरी डिटेल गवर्नमेंट तक पहुँचानी है, पूरी डिटेल गवर्नमेंट तक पहुँचानी है। वो किवें पहुँचानी है, थोड़ा जिहा मैनू डिटेल जाने वास्ते ना इवें करना पऊगा, इनू मैं हाले क्लोज करना। ये डिटेल पहुँचाने वास्ते एक तरीका यूटिलिटी मीनू इस कंप्यूटर के ना सॉफ्टवेयर यूटिलिटी मीनू है, ये कमांड है GST रिटर्नस। इनू कमांड नू अपलाई किया, वो पुछदा भी किहड़े महीने की रिटर्न भरनी है, महीना चूज कर लो। आप इत्थों महीना चूज कर लेने दिसंबर। जो इत्थों दिसंबर की कोई भी डेट भरती, चाहे 8 चाहे 9 चाहे 10 जी मर्जी, अपने आप इत्थे डेट लिखी हैगी 1/12 तो लैके 31/12 तक। इत्थे कमांडा ने GSTR 3B भी बन जूगी, GSTR 1 भी बन जूगी, GSTR 2 भी बन जूगी। आप जनरेट GSTR 1 पर क्लिक कर देने, तो वो पुछन लग गया कि मैं जी जनरेट करनी है, हुण इहने की करना है, इन्हें GST की जी फाइल मैं सरकार को पहुँचानी है, इन्हें वो साड़ी फाइल एक्सल च बना के साडे कंप्यूटर पर सेव कर देनी है। वो पूछता है कि मैं सेव कित्थे करा, मैं न्यू फोल्डर क्लिक करके नवी फोल्डर बना देना, इहदा नाम रख देना मिलन दिसंबर। मैनूं याद रहूगा कि मिलन दी दिसंबर की रड की फाइल है। हुण मैं इनू ओके करता तो की करूँगा, ये सॉफ्टवेयर कुछ सैकेंड्स लगाऊगा, वर्क करूँगा। ये सॉफ्टवेयर साडी जिहड़ी सेल की पूरी डिटेल है जिहड़ी सरकार नूं चाहीदी है, सरकार ने एक फॉर्मेट दिता सीगा, एक्सल की एक फॉर्मेट दी हुई है, मैं दिखाना तुहानूं। उन्हें वो फॉर्मेट दे विच एक्सल की फाइल जनरेट कर देनी है, और हुण कर रहा एड बन गई फाइल। इत्थे लिखा गया GSTR 1 जनरेटेड कंप्लीटली। हुण ओके कर देने आ, इनू चाहे क्लोज कर दईए, इनू आपां मिनीमाइज कर देने आ, इनू भी मिनीमाइज कर देने आ। तुसीं चैक करोगे आ फोल्डर बनी हुई है मिलन दिसंबर, इनू ओपन करते हैं, ये कई फाइल बनिया हुई ने, इन्हां विच ना एक फाइल मेन है, आ फाइल यही गल करते हैं, बाकी की जरूरत नहीं है। ये फाइल का नाम है GSTR 1 दिसंबर। इनू ओपन करो, जिन्नी अपनी सेल है सारी एक्सल की फाइल च एक्सपोर्ट होगी, मतलब उत्थों कॉपी होगी एक्सल की फाइल च पेस्ट होगी, ऐ मान सकते हैं। ये एक्सल की फाइल जी है, ये स्पैशल गवर्नमेंट वालों बनाया गया फार्मेट है, उस फार्मेट के मुताबिक फाइल बनी हुई है। फाइल ओपन हो रही है, खुल गई है, इनू मैं मैक्सिमाइज कर लवां, वड्डी होगी। इस फाइल दे विच देयर आर मैनी शीट्स, मैं 1 by 1 एक शीट तो शुरू करदा। जिहड़ी टोटल साडी सेल की डिटेल है सारी एक्सल च आ गई। मतलब पहला की है, वो मेरे इकोसॉफ्ट सॉफ्टवेयर च पई है। ये सॉफ्टवेयर ऑफलाइन है, कंप्यूटर को या इंटरनेट के थ्रू गवर्नमेंट को गल पहुँच नहीं ना कि मेरी सेल कितनी है। हुण मैं करना ये है कि मैं गवर्नमेंट नूं ये दसना है कि मेरी सेल किहड़ी है, मैं की बेचिया। तो जो गवर्नमेंट ये पुछदी है कि मैं की बेचिया, उहदे वास्ते गवर्नमेंट ने आ फाइल खाली एक फार्मेट दिता सीगा। यह सॉफ्टवेयर ने वो फाइल खाली वाली फार्मेट चक्या, उहदे विच डाटा फिल करदा। तुसीं देखो इहदे विच शीटां ने, B2B एक शीट है, आ मूरे हैल्प इंस्ट्रक्शनां ने, हैल्प तो मैं कर ही रहा, तुसीं आप भी पढ़ सकोगे। ये फाइल इंटरनेट पर GST की वैबसाइट पर भी अवेलेबल है, खाली फाइल अवेलेबल है या सैंपल फाइल अवेलेबल है, बट ये रियल डाटा इस फाइल च आया होया। हैल्प की हले मैनूं लोड़ नहीं हैगी, मैं कर रहा। B2B वर्कशीट दे विच की है, B2B वर्कशीट की होगा, अंदाजा लगाओ। B2B का मतलब है जिहड़े आपां बिजनेस टू बिजनेस समान बेचे हुए ने। जिवें आपां ने टोटल सेल के बिल कट्टे ने, सपोज करो मैं देखे नहीं कितने ने, मान लो 200 बिल कट्टे आ, 200 ਦੇ ਵਿੱਚੋਂ कुछ बिल वो ने ਜਿਹੜੇ बिजनेस टू बिजनेस ਨੂੰ गए हुए ने, बाकी ਦੇ बिल बिजनेस टू कंज्यूमर ने, B2C है। तो B2B ਦੀ कली एंट्री गवर्नमेंट सानू पुछदी है कि तुसीं जिन्नियां भी समान B2B ਨੂੰ ਵੇਚਿਆ ਆ ਉਹਦਾ ਇੱਕ बिल का हिसाब लाओ। ਇਹਨੂੰ मैं ਵੱਡਾ करके दिखाना। ਇਹਦੇ ਵਿੱਚ देखो पहला कॉलम हैगा आ GST नंबर, ਜਿਹਨੂੰ समान ਵੇਚਿਆ, ਜਿਵੇਂ पंजाब खालसा ਨੂੰ समान ਵੇਚਿਆ, ਉਹਦਾ GST नंबर कितना है, ਉਹਦਾ नाम भी दस दिओ, किन्ने नंबर बिल है, किन्नी तरीक ਨੂੰ समान ਵੇਚਿਆ, किन्नी इनवॉइस की टोटल वैल्यू है, टैक्स पा के। इनवॉइस वैल्यू मीनस इनवॉइस मैंने बिल की टोटल वैल्यू इनकलूडिंग टैक्स। प्लेस ऑफ सप्लाई कि समान किहड़ी स्टेट ਨੂੰ गया, कंज्यूमर किहड़ी स्टेट का है,
ਕੰਜ਼ਿਊਮਰ ਜਾਂ ਕਸਟਮਰ ਕਿਹੜੀ ਸਟੇਟ ਦਾ ਆ, ਕਸਟਮਰ ਪੰਜਾਬ ਦਾ ਹੈ ਤਾਂ ਸਟੇਟ ਆਫ ਸਪਲਾਈ ਪੰਜਾਬ ਹੈ। ਰਿਵਰਸ ਚਾਰਜ ਐਪਲੀਕੇਬਲ ਨਹੀਂ ਹੈ, ਰੈਗੂਲਰ ਇਨਵਾਇਸ ਹੈ। ਇੱਕ ਇੱਥੇ ਆ ਲਿਖਿਆ ਹੋਇਆ ਜਿਹੜਾ ਇਹ ਸਮਾਨ ਹੈ, ਇਹ ਸਮਾਨ ਦਾ ਬਿੱਲ ਨੰਬਰ ਹੈ 842 ਨੰਬਰ ਸਮਾਨ ਦੇ ਵਿੱਚ ਸਮਾਨ ਦੀ ਕੀਮਤ ਸੀਗੀ 20,000, 5% ਟੈਕਸ ਪਾ ਕੇ ਟੋਟਲ ਬਣ ਗਿਆ 20,000 ਪਲੱਸ ਟੈਕਸ ਪਾ ਕੇ ਜਿੰਨੀ ਬਣਨੀ ਹੈ ਉਨੀ ਇੱਧਰ ਅਮਾਊਂਟ ਆ ਬਣੀ ਹੋਈ ਹੈ 21,000 ਬਣ ਗਈ। 20,000 ਦੇ ਉੱਤੇ 500 ਰੁਪਏ ਸੈਂਟਰ ਤੇ ਸਟੇਟ ਦਾ ਟੈਕਸ ਹੈ, 21,000 ਟੋਟਲ ਅਮਾਊਂਟ ਹੈ। ਇਹ ਇੱਕ ਬਿੱਲ ਦੀ ਹੈ। ਐਦਾਂ ਹੀ ਅੱਗੇ ਚੱਲੋ, ਇਹਦੇ ਥੱਲੇ ਅਗਲਾ ਬਿੱਲ 846 ਨੰਬਰ 7 ਤਰੀਕ ਨੂੰ ਸਮਾਨ ਵੇਚਿਆ। ਇਹ ਸਮਾਨ ਦੇ ਵਿੱਚ ਟੋਟਲ ਇਨਵਾਇਸ ਵੈਲਿਊ ਹੈਗੀ ਆ 26,260 ਰੁਪਏ ਦੀ। ਇਹ ਵੇਚਿਆ ਕਿਹਨੂੰ ਹੈ, ਇਹ ਵੇਚਿਆ ਤੁਹਾਨੂੰ ਹੀ ਹੈ। ਇਹ 'ਚ ਅਮਾਊਂਟ ਕੀ ਹੈ 7,000 ਰੁਪਏ ਦੀ। ਇਹਦੇ 'ਚ ਨਾ ਜੀ ਦੇਖੋ ਇਹ ਬਿੱਲ 2 ਵਾਰੀ ਲਿਖਿਆ ਹੋਇਆ, 3 ਵਾਰ ਲਿਖਿਆ ਹੋਇਆ, 3 ਵਾਰ ਲਿਖਿਆ। ਇਹਦਾ ਮਤਲਬ ਇਹਦਾ ਕਾਰਨ ਇਹ ਹੈ ਕਿ ਇਸ ਬਿੱਲ ਦੇ ਵਿੱਚ ਆਈਟਮਾਂ ਜ਼ਿਆਦਾ ਨੇ ਔਰ ਉਹਨਾਂ ਦੇ ਰੇਟ ਅਲੱਗ-ਅਲੱਗ ਨੇ। ਜ਼ਿਆਦਾ ਤਾਂ ਉੱਪਰ ਵੀ ਹੋ ਸਕਦੀਆਂ ਨੇ, ਪਰ ਆਈਟਮਾਂ ਜਿੰਨੀਆਂ ਵੀ ਨੇ ਉਹਨਾਂ ਦੇ ਵਿੱਚ ਵੈਰਾਈਟੀ ਹੈ ਕਿ ਕੁਝ ਆਈਟਮਾਂ 5% ਵਾਲੀਆਂ ਨੇ, ਕੁਝ 12 ਵਾਲੀਆਂ ਨੇ, ਕੁਝ 18 ਵਾਲੀਆਂ ਨੇ। 7,000 ਰੁਪਏ ਦਾ ਸਮਾਨ 5% ਵਾਲਾ ਆ, ਉਹਦੇ ਤੇ ਟੈਕਸ 5% ਦੇ ਹਿਸਾਬ ਨਾਲ ਲੱਗੂਗਾ, ਤੇ 12% ਦਾ ਜਿਹੜਾ ਸਮਾਨ ਹੈ ਉਹਦੀ ਅਮਾਊਂਟ ਇੰਨੀ ਹੈ, 18 ਦੀ ਅਮਾਊਂਟ ਇੰਨੀ ਹੈ। ਟੈਕਸ ਪਾ ਕੇ ਅਮਾਊਂਟ ਵੱਧ ਗਈ, ਉਹ ਅਮਾਊਂਟ ਇੰਨੀ ਬਣ ਗਈ। ਇੱਥੇ ਨਾ ਟੈਕਸ ਕਿੰਨਾ ਬਣਿਆ ਉਹ ਨਹੀਂ ਕੈਲਕੂਲੇਟ ਕੀਤਾ ਹੋਇਆ। ਗਵਰਨਮੈਂਟ ਨੇ ਸਿਰਫ ਇਹ ਪੁੱਛਿਆ ਤੁਸੀਂ ਸਾਨੂੰ ਦੱਸ ਦਿਓ ਕਿੰਨੇ ਦਾ ਸਮਾਨ ਵੇਚਿਆ। ਟੈਕਸ ਦੀ ਅਮਾਊਂਟ ਗਵਰਨਮੈਂਟ ਨੇ ਸਾਨੂੰ ਪੁੱਛੀ ਨਹੀਂ ਹੈਗੀ, ਉਹ ਆਟੋਮੈਟਿਕਲੀ ਗਵਰਨਮੈਂਟ ਨੂੰ ਪਤਾ ਲੱਗੀ ਜਾਣੀ ਹੈ। ਉਹਦਾ ਕੈਲਕੂਲੇਸ਼ਨ ਅਸੀਂ ਵੀ ਉਨੀ ਕਰਾਂਗੇ, ਗਵਰਨਮੈਂਟ ਵੀ ਉਨੀ ਕਰੂਗੀ। ਇਹਦੇ ਵਿੱਚ ਉਹ ਕਾਲਮ ਲੋਡ ਨਹੀਂ ਪਈ ਗਵਰਨਮੈਂਟ ਨੂੰ। ਇੱਕ ਕਾਲਮ ਹੋਰ ਹੈ ਸੈਸ। ਸੈਸ ਕੀ ਹੁੰਦਾ ਪਤਾ ਤੁਹਾਨੂੰ? ਕੁਝ ਆਈਟਮਾਂ ਇੱਦਾਂ ਦੀਆਂ ਹਨ ਜਿਨ੍ਹਾਂ ਦੇ ਉੱਤੇ CGST ਤੇ SGST ਤੋਂ ਇਲਾਵਾ ਐਡੀਸ਼ਨਲ ਟੈਕਸ ਲੱਗਦਾ ਆ, ਉਹਨੂੰ ਐਡੀਸ਼ਨਲ ਟੈਕਸ ਨੂੰ ਸੈਸ ਕਹਿੰਦੇ ਆ। ਮੈਨੂੰ ਯਾਦ ਹੈ ਇੱਕ ਆਈਟਮ ਕੋਲਡ ਡਰਿੰਕ, ਸੌਫਟ ਡਰਿੰਕਸ ਨੇ ਜਿਹੜੀਆਂ, ਉਹਨਾਂ ਦੇ ਉੱਤੇ 12% ਸੈਸ ਲੱਗਦਾ ਹੈ। ਤੇ ਜੇ ਅਗਰ ਇਹਨਾਂ ਨੇ ਸੌਫਟ ਡਰਿੰਕ ਕੋਈ ਵੇਚਿਆ ਹੋਵੇ ਜਾਂ ਸਿਗਰਟ ਬੀੜੀ ਦੇ ਵੀ ਸੈਸ ਲੱਗਦਾ ਹੈ, ਤਾਂ ਉਹ ਤੇ ਜੇ ਸੈਸ ਹੈ ਤਾਂ ਕਿੰਨਾ ਆ? ਇਹਨਾਂ ਦੀ ਆਈਟਮਾਂ ਦੇ ਸੈਸ ਹੈ ਨਹੀਂਗਾ, ਕਿਰਾਣੇ ਦੇ ਕਿਸੇ ਆਈਟਮ ਦੇ ਸੈਸ ਨਹੀਂ ਹੈਗਾ ਸਵਾਈ ਸੌਫਟ ਡਰਿੰਕ ਤੋਂ। ਤਾਂ ਉਹ ਆਈਟਮਾਂ ਨੂੰ ਇਹ ਡੀਲ ਨਹੀਂ ਕਰਦੇ ਮੇਰੇ ਖਿਆਲ 'ਚ, ਤਦੀ ਕਰਕੇ ਇਹਨਾਂ ਦਾ ਸੈਸ ਹੈ ਨਹੀਂਗਾ, ਖਾਲੀ ਹੈ। ਤੋ ਸੈਸ ਵਾਲੀ ਕੋਈ ਆਈਟਮ ਨਹੀਂ ਹੈ, ਜੇ ਹੁੰਦੀ ਤਾਂ ਉਹਦੀ ਅਮਾਊਂਟ ਕਿੰਨੀ ਉਹ ਵੀ ਇੱਥੇ ਆ ਜਾਣੀ ਸੀ। ਹੁਣ ਉੱਪਰ ਦੇਖੋ, ਉੱਪਰ ਨਾ ਆਟੋਮੈਟਿਕਲੀ ਜਿੰਨੀਆਂ ਰਕਮਾਂ ਥੱਲੇ ਹਨ ਇਹਦੇ ਉੱਪਰ ਜੋੜ ਆ ਗਿਆ। ਟੋਟਲ ਟੈਕਸੇਬਲ ਵੈਲਿਊ ਹੈ 1,26,384 ਰੁਪਏ 88 ਪੈਸੇ। ਸਮਾਨ ਦੀ ਕੀਮਤ ਆਪਾਂ ਪਹਿਲਾਂ ਲਿਖੀ ਹੋਈ ਹੈ ਟੋਟਲ, ਇਹ ਆ ਦੇਖੋ ਟੋਟਲ ਆਪਣੀ ਸੇਲ ਹੈ 21,43,579। ਇਹ ਹੈਗੀ ਟੋਟਲ B2B ਔਰ B2C ਜੋੜ ਕੇ। ਤੇ ਆ ਜਿਹੜੀ 126 ਉਹਦੇ ਵਿੱਚੋਂ ਇਕੱਲੀ ਉਹ ਆ ਜਿਹੜੀ B2B ਹੈ। ਸਮਝ ਰਹੇ ਹੋ ਨਾ? ਉੱਪਰ ਦੇਖੋ ਹੋਰ ਟੋਟਲ ਰਸੀਪੀਐਂਟ 3 ਨੇ, ਇਹਨਾਂ ਦੇ ਇੱਦਾਂ ਦੇ ਕਸਟਮਰ ਟੋਟਲ 3 ਨੇ, ਉਹੀ ਮੁੜ ਕੇ ਆ ਰਹੇ ਨੇ। ਪਰ ਇੱਕ ਹੈਗਾ ਪੰਜਾਬ ਖਾਲਸਾ, ਦੂਜਾ ਓਮ, ਤੀਜਾ ਲਿਪਰ, ਉਹੀ ਮੁੜ ਕੇ ਆ ਰਹੇ ਨੇ, ਕੋਈ ਨਵਾਂ ਬੰਦਾ ਨਹੀਂ ਹੈਗਾ। ਕੁੱਲ ਬੰਦਿਆਂ ਦੀ ਗਿਣਤੀ 3 ਹੈ ਤੇ ਕੁੱਲ ਇਨਵਾਇਸਾਂ 11 ਨੇ, ਕੁੱਲ ਬਿੱਲ 11 ਨੇ। ਜਿਵੇਂ ਇੱਕ ਬਿੱਲ ਆ ਹੋ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ, ਇੱਦਾਂ ਕਰਕੇ ਕੁੱਲ ਜਿਹੜੇ ਟੋਟਲ ਨੰਬਰ ਆਫ ਇਨਵਾਇਸਸ ਨੇ ਉਹ 11 ਹਨ ਕੱਲੀਆਂ ਦਸੰਬਰ ਦੀਆਂ। ਇਹ ਡਿਟੇਲ ਜਿਹੜੀ ਹੁਣ ਮੈਂ ਦੇਖ ਰਿਹਾ ਇਹ ਆਪਾਂ ਨੇ ਗਵਰਨਮੈਂਟ ਨੂੰ, ਜਿਵੇਂ ਆਪਾਂ ਕਿਸ ਨੂੰ ਮੇਲ ਭੇਜ ਕੇ ਅਪਲੋਡ ਕਰ ਦਿੰਦੇ ਆ ਨਾ, ਇੱਦਾਂ ਹੀ ਇਹ ਸਾਰੀ ਡਿਟੇਲ ਅਸੀਂ ਸਰਕਾਰ ਤੱਕ ਪਹੁੰਚਾਉਣੀ ਹੈ। ਡਿਟੇਲ, ਇਹ ਸਾਰੀ ਡਿਟੇਲ ਗਵਰਨਮੈਂਟ ਤੱਕ ਪਹੁੰਚਾਉਣ ਦਾ ਜਿਹੜਾ ਪ੍ਰੋਸੈਸ ਹੈ ਇਹਨੂੰ ਆਪਾਂ ਕਹਿੰਦੇ ਆ ਰਿਟਰਨ ਭਰਨਾ। ਇਹੀ ਰਿਟਰਨ ਆਪਾਂ ਭਰਨੀ ਹੈ। ਇਸ ਰਿਟਰਨ ਦਾ ਨਾਮ ਹੈ GSTR1। ਇੱਦਾਂ ਹੀ ਅੱਗੇ ਚੱਲੋ। ਇੱਕ ਸ਼ੀਟ ਇਹ ਹੈ B2CS, ਆ ਸ਼ੀਟ ਹੈ ਇੱਕ B2CS। ਵਿਚਕਾਰ ਕੁਝ ਸ਼ੀਟਾਂ ਮੈਂ ਛੱਡਦੀਆਂ ਫਾਲਤੂ ਨੇ, ਇਹਨਾਂ ਦੀ ਬਲੈਂਕ ਨੇ, ਲੋੜ ਨਹੀਂ ਹੈ, ਆਪਣੇ ਨਾਲ ਰਿਲੇਟਡ ਨਹੀਂ ਹੈ। ਮੈਂ B2CS ਦੀ ਗੱਲ ਕਰਨ ਲੱਗਿਆ। B2CS ਆ ਸ਼ੀਟ ਹੈ। ਇਹਦੇ ਵਿੱਚ ਕੀ ਹੁੰਦਾ, ਜਿਹੜਾ ਬਾਕੀ ਸਮਾਨ ਵੇਚਿਆ ਰਿਟੇਲ ਦੇ ਵਿੱਚ ਕੰਜ਼ਿਊਮਰਸ ਨੂੰ, ਉਹਦੀ ਗਵਰਨਮੈਂਟ ਨੂੰ ਇਹਦੀ ਕੋਈ ਲੋੜ ਨਹੀਂ। ਜਿਵੇਂ ਉਹਦੇ ਵਿੱਚ ਨਾ B2B ਦੇ ਵਿੱਚ ਇਕੱਲੇ ਬਿੱਲ ਦੀ ਡਿਟੇਲ ਪੁੱਛੀ ਹੈ, ਜਿੰਨੇ ਬਿੱਲ ਨੇ 11 ਬਿੱਲ ਇੱਦਾਂ ਦੇ ਨੇ ਤਾਂ 11 ਦੀ ਡਿਟੇਲ ਆ ਗਈ। ਕਿਸੇ ਕੰਪਨੀ ਦੇ 1000 ਬਿੱਲ ਹੋਣਗੇ, 1000 ਦੀ ਡਿਟੇਲ ਆਊਗੀ। ਬਟ B2C ਦੇ ਕੇਸ 'ਚ ਉਹ ਕਹਿੰਦਾ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਕਿ ਸਮਾਨ ਕੌਣ ਲੈ ਗਿਆ, ਕਿਹੜੇ ਬਿੱਲ ਲਈ ਸਮਾਨ ਵੇਚਿਆ, ਸਾਨੂੰ ਇਕੱਲੀ ਸਮਰੀ ਦੇ ਦਿਓ। B2CS ਦਾ ਮਤਲਬ B2C ਬਿਜ਼ਨਸ ਟੂ ਕੰਜ਼ਿਊਮਰ, ਐਸ ਫਾਰ ਸਮਾਲ, ਇਹ ਇੱਥੇ ਇਕੱਲੀ ਸਮਰੀ ਮੰਗਦੀਆਂ ਨੇ। ਸਮਰੀ ਦੇ ਵਿੱਚ ਆਪਾਂ ਨੇ ਲਿਖ ਦਿੱਤਾ 5%, ਇਹ ਉਹ ਸੌਫਟਵੇਅਰ ਨੇ ਆਪੇ ਜੋੜ ਲਾ ਕੇ ਇੱਥੇ ਬਣਾ ਕੇ ਦਿੱਤਾ। ਜਿਹੜਾ ਸਮਾਨ B2C ਸੇਲ ਕੀਤਾ ਆ ਉਹਦੀ ਜਿਹੜੀ ਅਮਾਊਂਟ ਹੈ ਇਹ ਹੈ 9,58,000
₹846.90। ਇੱਕ ਚੀਜ਼ ਇੰਪੋਰਟੈਂਟ ਹੋ ਰਹਿੰਦੀ ਹੈ ਸਾਨੂੰ ਤੋਂ, ਹੁਣ ਜਿਹੜੀ ਇਹ ਸ਼ਾਪ ਜਿਹਦੀ ਆਪਾਂ ਰਿਟਰਨ ਭਰ ਰਹੇ ਹਾਂ ਉਹਦੇ ਵਿੱਚ ਕੋਈ ਬਹੁਤ ਸਾਰੀਆਂ ਆਈਟਮਾਂ ਉਹ ਵੀ ਨੇ ਜਿਹਨਾਂ ਤੇ ਟੈਕਸ ਮਾਫ ਹੈ, ਜਿਵੇਂ ਬੇਸਨ ਤੇ ਟੈਕਸ ਮਾਫ ਆਪਾਂ ਦੇਖਿਆ। ਜਿਹੜੀ B2B ਦੇ ਵਿੱਚ ਡਿਟੇਲ ਹੈ, ਇਹ ਮੰਨ ਲਓ ਕਿ ਪੰਜਾਬ ਖਾਲਸਾ ਨੇ ਸਮਾਨ ਲਿਆ, ਉਹਦੇ ਵਿੱਚ ਇਹਨੇ ਕੋਈ ਆਈਟਮਾਂ ਟੈਕਸ ਫ੍ਰੀ ਵੀ ਲਈਆਂ ਸੀਗੀਆਂ, ਉਹ 'ਚ ਨਹੀਂ ਆਈਆਂ ਹੈਗੀਆਂ। ਯਾਨੀ B2B ਦੇ ਵਿੱਚ ਕੀ ਹੈ, ਕੱਲੀ ਜਿਹੜੀ ਇਹ ਸਮਰੀ ਹੈ ਜਾਂ ਕੱਲੀ ਆ ਜਿਹੜੇ ਇਕੱਲੇ ਬਿੱਲ ਲਿਖੇ ਨੇ, ਇਹ ਇਕੱਲੇ ਉਹੀ ਆਈਟਮਾਂ ਛਾਂਟੀਆਂ ਹੋਈਆਂ ਨੇ ਜਿਹੜੀਆਂ ਟੈਕਸੇਬਲ ਨੇ, ਜਿਨ੍ਹਾਂ ਤੇ ਸਰਕਾਰ 5% ਜਾਂ 12% ਜਾਂ 18% ਜਾਂ 28% ਕੋਈ ਵੀ ਰੇਟ ਟੈਕਸ ਲੈਂਦੀ ਹੈ। ਜੇ ਆਈਟਮ ਟੈਕਸ ਫ੍ਰੀ ਹੈ ਉਹ ਇਹ 'ਚ ਹੈ ਨਹੀਂ ਗੀ, ਉਹਦੀ ਅਲੱਗ ਲਿਸਟ ਆਊਗੀ। ਇੱਦਾਂ ਹੀ B2C ਦੇ ਵਿੱਚ ਵੀ, B2C ਦੇ ਵਿੱਚ ਇਹ ਜਿਹੜੀ ਅਮਾਊਂਟ ਹੈ 5% ਵਾਲੀ ਇੰਨੀ, 12 ਵਾਲੀ ਇੰਨੀ, 18 ਵਾਲੀ ਇੰਨੀ, ਇਹਦਾ ਜੋੜ ਇੰਨਾ ਆ ਗਿਆ ₹11,53,910.98 ਮੈਂ ਇੱਧਰ ਚੱਲਦਾ ਰਫ ਕਾਪੀ ਤੇ, ਇੱਥੇ ਮੈਂ ਨੋਟ ਕਰਦਾ ਇਹ ਟੋਟਲ ਸੇਲ ਸੀਗੀ, ਹੈ ਨਾ। ਇਹਦੇ ਵਿੱਚੋਂ B2B ਵਾਲੀ ਸੇਲ ਕਿੰਨੀ ਹੈ, ਜੇ ਮੈਂ ਇੱਕ ਵਾਰੀ ਹਿਸਾਬ ਲਾਵਾਂ ਪਿੱਛੇ ਦਿਖੇ ਨਾ 1,26,000 ਸਮਥਿੰਗ ਸੀ ਟੋਟਲ ਜਿਹੜੀ ਉਹ ਸੇਲ ਹੈ B2C ਵਾਲੀ, 126,384.88 ਮੈਂ ਇਹ ਇੱਥੇ ਲਿਖਣ ਲੱਗਿਆ। B2C ਦੀ ਸੇਲ ਹੈ 1,26,384.88 ਤੇ B2C ਵਾਲੀ ਜਿਹੜੀ ਇਹ ਇਕੱਲੀ ਟੈਕਸੇਬਲ ਸੇਲ ਹੈ, ਮੈਂ ਇੱਥੇ ਨਾਲ ਲਿਖ ਦੇਣਾ ਟੈਕਸੇਬਲ ਸੇਲ, ਐਵੇਂ ਇਹ ਵੀ ਟੈਕਸੇਬਲ ਸੇਲ ਇਹ ਹੈਗੀ ਹੈ। ਆਪਾਂ ਇੱਧਰ ਚੱਲਦੇ ਹਾਂ B2C ਇਸ ਵਾਲੀ ਸ਼ੀਟ ਦੇ ਵਿੱਚ ਚੱਲੀਏ, ਇੱਥੋਂ ਦੇਖੀਏ 11,53,000 ਇਹ ਕਿੰਨੀ ਹੈ, ₹11,53,910.78 ਤੇ ਇਹਨੂੰ ਥੋੜ੍ਹਾ ਜਿਹਾ ਪਰਾਂ ਕਰ ਦਿੰਦੇ ਹਾਂ ਇੱਦਾਂ। ਤਾਂ ਟੋਟਲ ਸੇਲ 21 ਲੱਖ ਸੀਗੀ, ਮੈਂ ਮੋਟੀ ਗੱਲ ਹੈ 21 ਲੱਖ ਸੀਗੀ, 21 ਲੱਖ ਦੇ ਵਿੱਚੋਂ 11 ਤੇ 12 ਲਗਭਗ 13 ਲੱਖ ਇਹ ਬਣਦੀ ਹੈ। ਲਗਭਗ 13 ਲੱਖ ਸਮਾਨ ਟੈਕਸੇਬਲ ਹੈ, ਬਾਕੀ ਦਾ ਸਮਾਨ ਫਿਰ ਟੈਕਸ ਫ੍ਰੀ ਹੋਊਗਾ। ਜਾਣੀ ਜੇ ਆਪਾਂ 21 ਲੱਖ ਦੇ ਵਿੱਚੋਂ ਮਾਈਨਸ ਕਰ ਲਈਏ ਇੱਕ ਆਹ ਰਕਮ, ਦੂਜੀ ਆਹ ਰਕਮ, ਤੇ ਜਿਹੜਾ ਬਾਕੀ ਆਊਗਾ ਤਾਂ ਬਾਕੀ ਦੀ ਹੋਊਗੀ ਟੈਕਸ ਫ੍ਰੀ ਸੇਲ, ਉਹਦੀ ਅਮਾਊਂਟ ਇੱਥੇ ਆ ਜਾਊਗੀ। ਤਾਂ ਉਹ ਤਿੰਨਾਂ ਜੋੜ 21,43,579.66 ਬਣੂਗਾ, ਆਪਾਂ ਵੀ ਦੇਖਾਂਗੇ। ਕਲੀਅਰ। ਹੁਣ ਇੱਥੋਂ ਗਵਰਨਮੈਂਟ ਨੂੰ ਇਹ ਪਤਾ ਲੱਗ ਜਾਣਾ ਹੈ ਵੀ ਇੰਨੇ ਦਾ ਸਮਾਨ 5% ਆ, ਤਾਂ ਜਿੰਨੀ ਇਹਦੇ ਤੇ ਟੈਕਸ ਦੀ ਅਮਾਊਂਟ ਬਣੂਗੀ ਗਵਰਨਮੈਂਟ ਨੇ ਆਪੇ ਕੱਢ ਲੈਣੀ ਹੈ, ਉਨੀ ਉਹ ਲਾਇਬਿਲਿਟੀ ਉਹਨੇ ਰੁਪਈਏ ਗਵਰਨਮੈਂਟ ਨੇ ਸਾਡੇ ਵੱਲ ਖੜੇ ਕਰ ਦੇਣੇ ਆ ਕਿ ਅਸੀਂ ਦੇਣੇ ਆ, ਸਾਡੇ ਤੋਂ ਨਹੀਂ ਲੈਣੇ ਆ। ਓਕੇ, ਉਸ ਤੋਂ ਬਾਅਦ ਅਗਲੀ ਸ਼ੀਟ CDNR, ਇਹ ਸ਼ੀਟ ਖਾਲੀ ਹੈ। ਕ੍ਰੈਡਿਟ CDNR ਦੀ ਫੁੱਲ ਫਾਰਮ ਮੈਂ ਤੁਹਾਨੂੰ ਇੱਥੇ ਲਿਖ ਕੇ ਦਿੰਦਾ। CDNR ਕਿਹਨੂੰ ਕਹਿੰਦੇ ਆ, CDNR ਕ੍ਰੈਡਿਟ / ਡੈਬਿਟ ਨੋਟ ਰਜਿਸਟਰਡ ਡੀਲਰ, ਇਹਨੂੰ ਸ਼ਾਰਟ ਕਰਦਾ CDNR। ਜਦੋਂ ਆਪਾਂ ਸਮਾਨ ਵੇਚਿਆ ਰਜਿਸਟਰਡ ਡੀਲਰ ਨੂੰ ਤਾਂ ਉਹਦੀ ਜਿਹੜੀ ਐਂਟਰੀਆਂ ਨੇ ਉਹ B2B ਚਲੇ ਗਈਆਂ। ਇੱਥੇ ਇਹ ਖਾਲੀ ਹੈ, ਖਾਲੀ ਇਸ ਲਈ ਹੈ ਮੈਂ ਦੱਸਦਾ ਇੱਥੇ ਕਦੋਂ ਰਿਕਾਰਡ ਆਊਗਾ। ਮੰਨ ਲਓ ਆਪਾਂ B2B ਨੂੰ ਕਿਸੇ ਪੰਜਾਬ ਜਿਹੜੇ ਉਹ ਸਮਾਨ ਸੀਗੇ ਜਿਵੇਂ ਓਮ ਸ਼ਿਵ ਜਿਹੜਾ ਉੱਥੇ ਨਾ ਓਮ ਸੁਪਰ ਸਟੋਰ, ਆਪਾਂ ਉਹਨੂੰ ਸਮਾਨ ਵੇਚਦਾ, ਸਮਾਨ ਚਲੇ ਗਿਆ, ਆਪਾਂ ਬਿੱਲ ਵੀ ਕਰਦਾ, ਬਾਅਦ ਵਿੱਚ ਉਹਨੂੰ ਕੋਈ ਚੀਜ਼ ਪਸੰਦ ਨਹੀਂ ਆਈ ਹੈਗੀ, ਉਹਨੇ ਕਹਿੰਦਾ ਤੁਹਾਡੀ ਆਹ ਸਮਾਨ ਤਾਂ ਵਧੀਆ ਨਹੀਂ ਹੈਗਾ, ਘਟੀਆ ਆ, ਜਾਂ ਤੁਸੀਂ ਆਹ ਰੇਟ ਵੱਧ ਲਾਤਾ, ਆਹ ਸਮਾਨ ਮੈਂ ਨਹੀਂ ਲੈਣਾ, ਵਾਪਸ ਕਰ ਲਓ। ਆਪਾਂ ਨੂੰ ਵਾਪਸ ਵੀ ਕਰਨਾ ਪੈ ਸਕਦਾ ਆ। ਜਦੋਂ ਸਮਾਨ ਵਾਪਸ ਆਉਂਦਾ ਆ ਤਾਂ ਫਿਰ ਆਪਾਂ ਕੀ ਕਰਦੇ ਹਾਂ, ਜਿਵੇਂ ਸੇਲ ਬਿੱਲ ਆਪਾਂ ਇਸ਼ੂ ਕਰਦੇ ਹਾਂ, ਇਟ ਮੀਨਸ ਆਪਾਂ ਸਮਾਨ ਵੇਚਿਆ, ਸਮਾਨ ਵਾਪਸ ਆਇਆ ਤਾਂ ਆਪਾਂ ਉਹਨੂੰ ਇਸ਼ੂ ਕਰਾਂਗੇ ਇੱਕ ਕ੍ਰੈਡਿਟ ਨੋਟ। ਸੇਲ ਬਿੱਲ ਦਾ ਆਪੋਜ਼ਿਟ ਮੰਨ ਲਓ ਕ੍ਰੈਡਿਟ ਨੋਟ ਕੀ ਆ, ਸੇਲ ਦਾ ਆਪੋਜ਼ਿਟ। ਆਪਾਂ ਸੇਮ ਉਵੇਂ ਦਾ ਇੱਕ ਹੋਰ ਬਿੱਲ ਕੱਟਾਂਗੇ, ਉਹਦੇ 'ਚ ਆ ਜਾਊਗੀ ਜਿੰਨੇ ਰੁਪਏ ਦਾ ਸਮਾਨ ਵਾਪਸ ਆ ਉਨੇ ਰੁਪਏ ਮਾਈਨਸ ਹੋ ਗਈ, ਯਾਨੀ ਕਿ ਸੇਲ ਨੈਗੇਟਿਵ ਹੋ ਗਈ ਹੈ ਮੰਨ ਲਓ। ਤਾਂ ਜਿਹੜਾ ਕ੍ਰੈਡਿਟ ਨੋਟ ਕੀ ਹੈ ਕਿ ਆਪਣੇ ਕੋਲੇ ਸਮਾਨ ਆਇਆ ਵਾਪਸ, ਆਪਾਂ ਉਹਨੂੰ ਇਸ਼ੂ ਕਰਤਾ, ਕ੍ਰੈਡਿਟ ਨੋਟ ਤੋਂ ਲਿਖ ਦਿੰਦੇ ਆ ਕਿ ਤੁਹਾਡਾ ਜੀ ਇੰਨਾ ਸਮਾਨ ਆ ਗਿਆ, ਉਹਦੀ ਇੰਨੀ ਅਮਾਊਂਟ ਹੈ, ਉਹਦੇ ਤੇ ਇੰਨਾ ਟੈਕਸ ਹੈ, ਇਹ ਤੁਹਾਡੇ ਰੁਪਏ ਅਸੀਂ ਘਟਾ ਲੈਣੇ ਆ, ਉਨੇ ਰੁਪਏ ਕ੍ਰੈਡਿਟ ਕਰ ਲੈਣੇ ਖਾਤੇ 'ਚੋਂ, ਤਾਂ ਕਰਕੇ ਉਹਨੂੰ ਕ੍ਰੈਡਿਟ ਨੋਟ ਕਹਿੰਦੇ ਆ। ਤੇ ਇਸ਼ੂ ਹੋਵੇ ਤਾਂ ਜਿਹੜਾ ਇੱਥੇ ਆਪਾਂ ਅਮਾਊਂਟ ਪਹਿਲਾਂ ਲਿਖਾਂਗੇ GST ਨੰਬਰ, ਕਿਹਦੇ ਤੋਂ ਸਮਾਨ ਵਾਪਸ ਆਇਆ, ਉਹਦਾ ਕਸਟਮਰ ਦਾ GST ਨੰਬਰ ਕੀ ਹੈ, ਉਹਦਾ ਨਾਮ ਕੀ ਹੈ, ਸਾਡੇ ਕ੍ਰੈਡਿਟ ਨੋਟ ਦਾ ਨੰਬਰ ਕੀ ਹੈ, ਉਹਦੀ ਡੇਟ ਕੀ ਹੈ। ਕ੍ਰੈਡਿਟ ਨੋਟ ਨੰਬਰ ਜਿਵੇਂ ਆਪਣੀ ਇਨਵਾਇਸ ਨੰਬਰ ਹੈ, ਉਹਦਾ ਆਪੋਜ਼ਿਟ ਹੋ ਗਿਆ। ਮੰਨ ਲਓ ਕਿ ਇਨਵਾਇਸ ਦਾ ਪੁੱਠਾ ਹੋ ਗਿਆ, ਇਨਵਾਇਸ ਨਾਲ ਸਮਾਨ ਜਾ ਰਿਹਾ, ਕ੍ਰੈਡਿਟ ਨੋਟ ਨਾਲ ਸਮਾਨ ਵਾਪਸ ਆ ਰਿਹਾ।
ਤੇ ਨੋਟ ਦੀ ਟਾਈਪ ਕੀ ਹੈ, ਨੋਟ ਦੀ ਟਾਈਪ ਦੇ ਵਿੱਚ ਆਪਸ਼ਨਾਂ ਨੇ, ਆਪਾਂ ਚੂਜ਼ ਕਰਦੇ ਹਾਂ ਕਿਹੜਾ ਕ੍ਰੈਡਿਟ ਹੈ ਕਿ ਡੈਬਿਟ ਹੈ। ਇਹ ਸੀ ਭਰਾਂਗੇ, ਕ੍ਰੈਡਿਟ ਨੋਟ ਹੋਊਗਾ। ਅੱਛਾ, ਉਸ ਤੋਂ ਬਾਅਦ ਪਲੇਸ ਆਫ ਸਪਲਾਈ ਵਿਦਿਨ ਪੰਜਾਬ ਹੈ, ਤਾਂ ਪੰਜਾਬ ਜਿਹੜੀ ਵੀ ਸਟੇਟ ਦਾ ਉਹ ਕਸਟਮਰ ਹੈ ਜਿੱਥੋਂ ਸਮਾਨ ਵਾਪਸ ਆ ਰਿਹਾ। ਤੇ ਇੱਥੇ ਲਿਖਾਂਗੇ ਨੋਟ ਦੀ ਵੈਲਿਊ, ਉਹੀ ਇਨਵੈਸ ਦੀ ਵੈਲਿਊ ਕਿੰਨੀ ਹੁੰਦੀ ਹੈ। ਇੱਥੇ ਭਰਾਂਗੇ ਕੀ ਰੇਟ, ਆਈਟਮ ਦਾ GST ਰੇਟ ਉਹ 'ਤੇ ਕਿਹੜਾ ਲੱਗੂਗਾ, 5 ਹੈ, 12 ਹੈ, 13 ਹੈ। ਇੱਥੇ ਚੂਜ਼ ਕਰਾਂਗੇ ਕਿ ਕਿਹੜੀ ਟੈਕਸ ਦਾ ਰੇਟ ਕੀ ਹੈ, ਟੈਕਸੇਬਲ ਅਮਾਊਂਟ ਕਿੰਨੀ ਹੈ, ਸੈਸ ਹੈ ਤਾਂ ਕਿੰਨਾ। ਜਿਹੜੀ ਇੱਥੇ ਅਮਾਊਂਟ ਭਰਾਂਗੇ 19 ਰੁਪਏ ਸਾਡੇ ਦੇਣਦਾਰੀ ਘਟੂਗੀ। ਜਿਵੇਂ ਮੈਂ ਇਹ ਕਹੂੰਗਾ ਜੀ B2B 'ਚ ਜਿੰਨੀ ਅਮਾਊਂਟ ਦਾ ਟੈਕਸ ਬਣੂਗਾ ਇਹ ਸਾਡੀ ਦੇਣਦਾਰੀ ਹੈ, B2C CDNR ਦੇ ਵਿੱਚ ਜਿਹੜੀ ਅਮਾਊਂਟ ਬਣੂਗੀ ਉਹਦਾ ਟੈਕਸ ਸਾਡਾ ਉਹਨਾਂ ਮਾਈਨਸ ਹੋ ਜਾਊਗਾ, ਸਾਡੀ ਲਾਇਬਿਲਿਟੀ ਘਟੂਗੀ। ਬਸ ਇਹ ਸਮਝੋ ਵੀ B2B ਦਾ ਆਪੋਜ਼ਿਟ ਹੈ। ਤੇ ਇੱਥੇ ਕੋਈ ਐਂਟਰੀ ਇਸ ਕਰਕੇ ਖਾਲੀ ਹੈ ਕਿ ਆਪਣੇ ਕੋਲ ਸਮਾਨ ਕਿਸੇ ਦਾ ਵਾਪਸ ਆਇਆ ਹੀ ਨਹੀਂ ਹੈਗਾ। ਇੱਦਾਂ ਹੀ CDNUR ਇਹ ਸ਼ੀਟ ਨੂੰ ਵੱਡਾ ਕਰਦਾ, ਇਹ B2C ਦਾ ਆਪੋਜ਼ਿਟ ਹੈ। B2C ਦੇ ਵਿੱਚ ਆਪਾਂ ਸਮਾਨ ਜਿਹੜਾ ਵੇਚਿਆ ਉਹਦੀ ਐਂਟਰੀ ਹੈ, ਜਿਹੜਾ B2C ਤੋਂ ਸਮਾਨ ਵਾਪਸ ਆ ਗਿਆ, ਮੰਨ ਲਓ ਇੱਕ ਬੰਦਾ ਵਾਪਸ ਕਰ ਗਿਆ, ਦੂਜਾ ਵੀ ਕਰ ਗਿਆ, ਚੌਥਾ ਵੀ ਕਰ ਗਿਆ, ਛੇਵਾਂ ਵੀ ਕਰ ਗਿਆ, ਵਿੱਚੋਂ 5-7 ਬੰਦੇ ਕੋਈ ਸਮਾਨ ਵਾਪਸ ਕਰ ਗਏ, ਉਹਦੀ ਟੋਟਲ ਅਮਾਊਂਟ ਨਾਲ ਜੋੜ ਕਰਕੇ ਲਾ ਦੇਣਾ ਹੈ, ਕੱਲਾ ਕੱਲਾ ਬਿੱਲ ਨਹੀਂ ਦੇਣਾ ਹੈਗਾ। ਜਦ ਕਿ CDNR ਦੇ ਵਿੱਚ ਕੱਲਾ ਕੱਲਾ ਕ੍ਰੈਡਿਟ ਨੋਟ ਦੀ ਐਂਟਰੀ ਦੇਣੀ ਹੈ। CDNUR ਅਨਰਜਿਸਟਰਡ ਨੂੰ ਇੱਥੇ ਆਪਾਂ ਨੇ ਇਕੱਲੀ ਸਮਰੀ ਦੇਣੀ ਹੈ, ਯਾਨੀ ਇੱਕ ਸ਼ੀਟ ਹੈ CDNUR, ਇਹਦਾ ਮਤਲਬ ਹੈ ਕ੍ਰੈਡਿਟ / ਡੈਬਿਟ ਨੋਟ ਅਨਰਜਿਸਟਰਡ ਡੀਲਰ। तो ਇਹ ਖਾਲੀ ਹੈ ਕਿਉਂਕਿ ਆਪਣਾ ਕੋਈ ਸਮਾਨ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਮੈਂ ਤੁਹਾਨੂੰ ਇਹ 'ਚ ਉਹ ਸ਼ੀਟ 'ਤੇ ਲੈ ਜਾਣਾ ਜਿਹੜੀ ਆਪਣੇ ਨਾਲ ਰਿਲੇਟਡ ਹੈ। ਜੋ ਤੁਸੀਂ ਜਾਣਾ ਚਾਹੁੰਦੇ ਕੋਈ ਗੱਲ ਨਹੀਂ, ਜੇ ਲੇਟ ਹੁੰਦੇ ਹੋ ਤਾਂ। ਐਗਜ਼ੈਂਪਟ ਦਾ ਮਤਲਬ ਹੈ ਟੈਕਸ ਫ੍ਰੀ ਸੇਲ। ਟੈਕਸ ਫ੍ਰੀ ਸੇਲ ਆ ਹੈਗੀ ਆ ਰਜਿਸਟਰਡ ਪਰਸਨ ਨੂੰ, ਇੰਟਰਾ ਸਟੇਟ ਮੈਨੇ ਵਿਦਿਨ ਸਟੇਟ। ਇੰਟਰ ਸਟੇਟ ਦਾ ਮਤਲਬ ਦੂਜੀ ਸਟੇਟ ਨੂੰ। ਆਪਣੇ ਜਿੰਨੇ ਵੀ ਕਸਟਮਰਸ ਨੇ ਸ਼ਾਪ ਦੇ ਉੱਤੇ, ਇਹ ਤਾਂ ਹੈ ਨਹੀਂ ਦੂਜੀ ਸਟੇਟ ਤੋਂ ਸਮਾਨ ਲੈਣ ਉਹ ਕੋਈ ਬੰਦਾ ਆ ਸਕਦੇ ਨੇ, ਵੱਡੀ ਸ਼ਾਪ ਹੋਵੇ, ਤੇ ਜੇ ਅਗਰ ਦੂਜੀ ਸਟੇਟ ਤੋਂ ਸਮਾਨ ਲੈਣ ਆਇਆ ਤਾਂ ਉਹਨੂੰ ਕਹਿੰਦੇ ਆ ਇੰਟਰ ਸਟੇਟ। ਜੇ ਵਿਦਿਨ ਸਟੇਟ ਆਪਣੀ ਸਟੇਟ 'ਚੋਂ ਆਪਣੀ ਸਟੇਟ 'ਚ ਹੀ ਰਹਿ ਗਿਆ ਤਾਂ ਉਹਨੂੰ ਕਹਿੰਦੇ ਆ ਇੰਟਰਾ ਸਟੇਟ। ਇੰਟਰਾ ਸਟੇਟ ਸਮਾਨ ਜਿਹੜਾ ਰਜਿਸਟਰਡ ਡੀਲਰ ਨੂੰ ਵੇਚਿਆ ਹੋਇਆ ਉਹਦੀ ਟੋਟਲ ਟੈਕਸ ਫ੍ਰੀ ਸਮਾਨ ਦੀ ਅਮਾਊਂਟ ਹੈ 62,590 ਰੁਪਏ। ਤੇ 8 ਲੱਖ ਦਾ ਸਮਾਨ ਆਪਾਂ ਰਿਟੇਲ 'ਚ ਕੰਜ਼ਿਊਮਰਸ ਨੂੰ ਵੇਚਿਆ ਹੋਇਆ ਜਿਨ੍ਹਾਂ ਦਾ GST ਨੰਬਰ ਨਹੀਂ ਹੈ। ਟੋਟਲ ਸੇਲ ਆ ਗਈ 8,63,000। ਇਹ ਇੰਨੀ ਦੀ ਸੇਲ ਕੀ ਹੈ, ਟੈਕਸ ਫ੍ਰੀ ਐਗਜ਼ੈਂਪਟਡ। ਇਹ ਮੈਂ ਇੱਥੇ ਨੋਟ ਕਰਦਾ 8,63,284। ਇਹ ਇੱਥੇ ਨੋਟ ਕਰਦਾ 8,63,284 ਰੁਪਏ 0 ਪੈਸੇ। ਹੁਣ ਮੈਂ ਇਹ ਕਹੂੰਗਾ ਜੀ ਕਿ ਆਹ ਤਿੰਨ ਰਕਮਾਂ ਦਾ ਜਿਹੜਾ ਜੋੜ ਹੈ ਇਹ ਜ਼ਰੂਰ ਇਹਦੇ ਨਾਲ ਬਰਾਬਰ ਹੋਣਾ ਚਾਹੀਦਾ ਹੈ, ਮਿਲਣਾ ਚਾਹੀਦਾ ਹੈ। 8 16 16 4 4 8 9 ਠੀਕ ਹੈ, 9 8 17 ਠੀਕ ਹੈ, 4 9 13 2 ਬਿਲਕੁਲ ਸਹੀ ਆ ਰਿਹਾ ਜੀ। ਆਹ ਤਿੰਨਾਂ ਜੋੜ ਇਹਦੇ ਬਰਾਬਰ ਆ, ਜਾਣੀ ਕਿ ਉੱਪਰ ਲਿਖਿਆ ਨਾ 21,43,000। 21,43,000 ਦੀ ਜਿਹੜੀ ਸੇਲ ਹੈ ਉਹਦੇ ਚੋਂ 1,26,000 ਦਾ ਸਮਾਨ B2B ਟੈਕਸੇਬਲ ਵੇਚਿਆ ਹੋਇਆ, B2C ਟੈਕਸੇਬਲ 11,53,000 ਦਾ, 8,63,000 ਦਾ ਸਮਾਨ ਟੈਕਸ ਫ੍ਰੀ ਸਮਾਨ ਵੇਚਿਆ ਹੋਇਆ। ਤੋ ਇਹ ਸਾਰਾ ਹਿਸਾਬ ਸਰਕਾਰ ਤੱਕ ਆਪਾਂ ਪਹੁੰਚਾਉਣਾ ਆ। ਸਰਕਾਰ ਤੱਕ ਪਹੁੰਚਾਉਣ ਨੂੰ ਹੀ ਕਹਿੰਦੇ ਆ GSTR 1 ਰਿਟਰਨ ਫਾਈਲ ਕਰਨੀ। ਇੱਕ ਹੋਰ ਸ਼ੀਟ ਹੈ HSN 'ਚ ਕੀ ਆ ਜਾਂਦਾ, HSN ਵਾਈਜ਼ ਸਮਰੀ। ਜਿਵੇਂ ਇਹਨਾਂ ਨੇ ਜੋ ਸਮਾਨ ਵੇਚਿਆ, ਆਈਟਮਾਂ ਬਹੁਤ ਨੇ, ਉਹਨਾਂ ਆਈਟਮਾਂ ਨੂੰ ਕੈਟੇਗਰੀ 'ਚ ਵੰਡ ਲਿਆ HSN ਵਾਈਜ਼। ਜਿਵੇਂ HSN ਨੰਬਰ ਹੈਗਾ 1101, ਇਹਦੇ ਵਿੱਚ ਆਟਾ ਵਗੈਰਾ ਆ ਜਾਂਦਾ ਹੋਊਗਾ ਨਾਨ ਬ੍ਰਾਂਡਡ। ਇਹ ਬੈਗਾਂ 'ਚ ਇਹਨਾਂ ਨੇ ਵੇਚੇ ਹੋਏ ਨੇ 10 ਤੋਂ 20 ਟੋਟਲ ਬੈਗ ਵੇਚੇ ਨੇ। ਟੋਟਲ ਵੈਲਿਊ ਬਣਦੀ ਹੈ 2,41,000 ਇਹਨਾਂ ਦਾ ਆਟਾ ਵੇਚਿਆ ਹੋਇਆ। ਆ ਲੂਜ਼ ਰਾਈਸ ਨੇ, ਇਹ ਵੀ ਟੈਕਸ ਫ੍ਰੀ ਹੈ। ਆ ਪਲਸਸ ਦਾਲਾਂ ਨੂੰ ਕਹਿੰਦੇ ਆ, ਉਹਦਾ GST HSN ਨੰਬਰ ਹੈ। ਯਾਨੀ ਕਿ ਜਿੰਨਾ ਵੀ ਸਮਾਨ ਵੇਚਿਆ ਅੱਗੋਂ ਉਹਨੂੰ ਫਿਰ HSN ਦੇ ਵਾਈਜ਼ ਜੋੜ ਕਰਕੇ ਗਵਰਨਮੈਂਟ ਕਹਿੰਦੀ ਦੱਸੋ ਤੁਸੀਂ ਡਿਟਰਜੈਂਟ ਸੋਪ ਕਿੰਨੇ ਵੇਚੇ ਆ, ਮਸਟਰਡ ਆਇਲ ਕਿੰਨਾ ਵੇਚਿਆ, ਮਿਨਰਲ ਵਾਟਰ ਕਿੰਨਾ ਵੇਚਿਆ, ਸੋਇਆਬੀਨ ਦੀਆਂ ਵੜੀਆਂ ਕਿੰਨੀਆਂ ਵੇਚੀਆਂ ਨੇ, ਐਡੀਬਲ ਆਇਲ ਖਾਣ ਵਾਲਾ ਤੇਲ ਕਿੰਨਾ ਵੇਚਿਆ, ਮਸਟਰਡ ਆਇਲ ਕਿੰਨਾ ਵੇਚਿਆ, ਮਿਲਕ ਡਰਿੰਕ ਦੀਆਂ ਬੋਟਲਾਂ ਵੇਰਕੇ ਦੀਆਂ ਉਹ ਕਿੰਨੀਆਂ ਵੇਚੀਆਂ ਨੇ। ਅਮਾਊਂਟ ਕੁਆਂਟਿਟੀ ਵੀ ਦੱਸੋ, ਅਮਾਊਂਟ ਵੀ ਦੱਸੋ, ਤੇ ਟੈਕਸ ਦਾ ਰੇਟ ਕੀ ਹੈ
ਔਰ ਉਹਦੇ ਉੱਤੇ ਟੈਕਸ ਕਿੰਨਾ ਇਕੱਠਾ ਹੋ ਗਿਆ। ਇਹ HSN ਵਾਈਜ਼ ਟੋਟਲ ਲਿਸਟ ਹੈ, ਇਹਦੇ ਵਿੱਚ ਕੁੱਲ 32 HSN ਨੰਬਰ ਨੇ। ਟੋਟਲ ਵੈਲਿਊ ਇੰਨੀ ਹੈ, ਆਈਟਮਾਂ 32 ਤੋਂ ਜ਼ਿਆਦਾ ਹੋਣਗੀਆਂ, ਬਟ HSN ਨੰਬਰਾਂ ਦੀ ਟੋਟਲ ਗਿਣਤੀ, ਟੋਟਲ ਰੋਜ਼ ਦੀ ਗਿਣਤੀ 32 ਹੈ। ਔਰ ਇਹ ਸਾਰੀ ਸੇਲ ਆ ਗਈ, ਚਾਹੇ ਉਹ B2C ਹੈ, ਚਾਹੇ B2B ਹੈ, ਚਾਹੇ ਉਹ ਟੈਕਸ ਫ੍ਰੀ ਹੈ, ਚਾਹੇ ਟੈਕਸੇਬਲ ਹੈ। ਇਹ ਟੋਟਲ ਜਿਹੜੀ ਆ ਸੇਲ ਆ ਗਈ। ਟੈਕਸੇਬਲ ਅਮਾਊਂਟ 21,43,579 ਰੁਪਏ 66 ਪੈਸੇ ਸਾਡੀ ਇਹਦੇ ਨਾਲ ਮਿਲਦੀ ਆ। 21,43,579 ਰੁਪਏ 66 ਪੈਸੇ ਯਾਨੀ ਸਾਰੀ ਸੇਲ ਆਈਟਮ ਵਾਈਜ਼ ਇਸ ਲਿਸਟ ਇਸ ਦੇ ਵਿੱਚ ਸ਼ੋ ਹੋ ਗਈ। ਇਹ ਵੀ ਸਾਡੇ ਸੌਫਟਵੇਅਰ ਨੇ ਆਪੇ ਤਿਆਰ ਕਰਦੀ। ਇਹ ਵੀ ਲਿਸਟ, ਇਹ ਵੀ ਡਿਟੇਲ ਇੱਦਾਂ ਹੀ ਸਾਰਾ ਕੁਝ ਜਿੰਨਾ ਵੀ ਮੈਂ ਹੁਣ ਦਿਖਾ ਰਿਹਾ ਤੁਹਾਨੂੰ, ਇਹ ਸਰਕਾਰ ਤੱਕ ਆਪਾਂ ਪਹੁੰਚਾਉਣਾ ਆ। ਸਰਕਾਰ ਦੇ ਘਰੇ ਗੱਲ ਪਹੁੰਚ ਜੂਗੀ, ਸਰਕਾਰ ਨੂੰ ਪਤਾ ਲੱਗ ਜਾਊਗਾ ਜਦੋਂ ਮੈਂ ਡਨ ਭਰੂੰਗਾ ਕਿ ਆਪਾਂ ਨੇ ਕਿਹੜਾ ਕਿਹੜਾ ਸਮਾਨ ਵੇਚਿਆ, ਕਿੰਨੇ ਕਿੰਨੇ ਦਾ, ਕਿੰਨੀ ਕਿੰਨੀ ਕੁਆਂਟੀਟੀ ਹੈ। ਇੱਕ ਚੀਜ਼ ਹੋਰ ਲਾਸਟ, DOCS ਡਾਕਸ, ਇਹਨੂੰ ਵੱਡਾ ਕਰਕੇ ਦਿਖਾਉਣਾ। ਇਹ ਹੈਗੇ ਨੇ ਟੋਟਲ ਇਸ ਮਹੀਨੇ ਦੇ ਦੌਰਾਨ ਜਿਹੜੇ ਬਿੱਲ ਨੇ, ਇਸ ਮਹੀਨੇ ਦੌਰਾਨ ਜਿਹੜੇ ਸਮਾਨ ਵੇਚਿਆ ਉਹਦੇ ਬਿੱਲ ਦਾ ਨੰਬਰ। ਆਪਾਂ ਨੇ 826 ਨੰਬਰ ਤੋਂ ਸ਼ੁਰੂ ਕੀਤੇ ਬਿੱਲ ਇਸ ਮਹੀਨੇ 1 ਦਸੰਬਰ ਤੋਂ ਲੈ ਕੇ 826 ਨੰਬਰ ਬਿੱਲ ਕੱਟਿਆ, 827 ਨੰਬਰ ਕੱਟਿਆ, 828 ਨੰਬਰ ਕੱਟਿਆ, 988 ਨੰਬਰ ਤੱਕ ਟੋਟਲ ਬਿੱਲ ਕੱਟੇ ਗਏ। ਕਿੰਨੇ ਬਿੱਲ ਕੱਟੇ ਗਏ? 163। ਕੈਂਸਲ ਕੋਈ ਨਹੀਂ ਕੀਤਾ। ਇਹ ਵੀ ਹੋ ਜਾਂਦਾ ਕਈ ਵਾਰੀ ਕੋਈ ਕਸਟਮਰ ਆਇਆ ਸਮਾਨ ਲੈਣ ਵਾਸਤੇ, ਉਹਨੇ ਬਿੱਲ ਵੀ ਕਟਵਾ ਲਿਆ, ਬਾਅਦ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂਗੇ ਜੀ, ਜਾਂ ਕੋਈ ਹੋਰ ਕਾਰਨ ਬਣ ਜਾਂਦਾ, ਉਹ ਸਮਾਨ ਲੈਂਦਾ ਹੀ ਹੈ ਨਹੀਂਗਾ, ਆਪਾਂ ਬਿੱਲ ਕੈਂਸਲ ਵੀ ਕਰ ਸਕਦੇ ਹਾਂ। ਬਟ ਇੱਦਾਂ ਦਾ ਕੁਝ ਨਹੀਂ ਹੋਇਆ ਵਰਤਾਰਾ। ਜੇ ਹੋਵੇ ਤਾਂ ਇੱਥੇ ਉਹ ਵੀ ਆ ਜਾਂਦਾ ਕਿ ਇੱਕ ਬਿੱਲ ਆਪਾਂ ਨੇ ਕੱਟਿਆ ਸੀ, ਫਿਰ ਉਹ ਕੈਂਸਲ ਕਰਤਾ, ਸਮਾਨ ਵਿਕਿਆ ਨਹੀਂ ਹੈ, ਕੈਂਸਲ ਕਰਤਾ ਤਾਂ ਇੱਥੇ ਇੱਕ ਆ ਜਾਊਗਾ, ਇੱਥੇ 162 ਰਹਿ ਜਾਣਗੇ। ਤੋ ਇਹ ਸਾਰੀ ਡਿਟੇਲ ਗਵਰਨਮੈਂਟ ਦੇ ਘਰ ਪਹੁੰਚਾਉਣੀ ਹੈ। ਇਹ ਜਿਹੜੀ ਰਿਟਰਨ ਦੀ ਡਾਟਾ ਹੁਣ ਮੈਂ ਤੁਹਾਨੂੰ ਦਿਖਾਇਆ, ਇਸ ਡਾਟੇ ਨੂੰ ਆਪਾਂ ਕਹਿ ਦਈਏ GSTR1। ਇਹਦੇ ਚ ਪਰਚੇਜ਼ ਨਹੀਂ ਕੋਈ ਹੈਗੀ, ਸਿਰਫ ਸੇਲ ਦੀ ਹੀ ਡਿਟੇਲ ਹੈ। ਪਰਚੇਜ਼ ਦੀ ਡਿਟੇਲ ਵਾਸਤੇ ਰਿਟਰਨ ਅਲੱਗ ਆਊਗੀ, ਉਹਨੂੰ ਕਹਾਂਗੇ GSTR2। ਉਹ ਮੈਂ ਤੁਹਾਨੂੰ ਅਗਲੇ ਕਿਸੇ ਲੈਕਚਰ 'ਚ ਮੇਬੀ ਕੱਲ੍ਹ ਦਿਖਾਵਾਂ। ਹੁਣ ਇਹ ਡਾਟਾ ਸਰਕਾਰ ਤੱਕ ਪਹੁੰਚਾਉਣਾ ਕਿਵੇਂ ਆ, ਇਹ ਸਵਾਲ ਰਹਿ ਗਿਆ। ਮੇਨ ਤੇ ਇਹੀ ਸੀਗਾ। ਇਹਨੂੰ ਮੈਂ ਫਾਈਲ ਨੂੰ ਬੰਦ ਕਰ ਦਵਾਂ, ਸੇਵ ਤਾਂ ਪਹਿਲਾਂ ਹੀ ਹੈਗੀ ਹੈ, ਮੈਂ ਇਹਨੂੰ ਸੇਵ ਨਹੀਂ ਕਰਦਾ ਕਿ ਜੇ ਕੋਈ ਚੇਂਜਸ ਕੀਤੀਆਂ ਵੀ ਨੇ ਤਾਂ ਉਹ ਅਨਸੇਵਡ ਇੱਦਾਂ ਹੀ ਰਹਿ ਜਾਣਗੀਆਂ। ਇਹ ਫਾਈਲ ਮੈਨੂੰ ਬਣਾਉਣ ਦੀ ਲੋੜ ਨਹੀਂ ਪਈ, ਆਪੇ ਹੀ ਸੌਫਟਵੇਅਰ ਨੇ ਤਿਆਰ ਕਰਤੀ। ਤੁਸੀਂ ਜਿਹੜਾ ਸੌਫਟਵੇਅਰ ਮਰਜ਼ੀ ਯੂਜ਼ ਕਰ ਲਓ, ਚਾਹੇ ਬਿਜ਼ੀ ਹੈ, ਚਾਹੇ ਟੈਲੀ ਹੈ, ਚਾਹੇ ਸ਼ਕੂਨ ਹੈ, ਜਾਂ ਇਹ EQSoft ਹੈ। ਉਹ ਸੌਫਟਵੇਅਰ ਦੇ ਵਿੱਚ ਇੱਦਾਂ ਦੀ ਕਮਾਂਡ ਹੋਊਗੀ। ਜੇ ਨਹੀਂ ਹੈ ਕਮਾਂਡ, ਫਿਰ ਸੌਫਟਵੇਅਰ ਦਾ ਫਾਇਦਾ ਹੀ ਕੀ ਹੈ? ਫਿਰ ਉਹ ਸੌਫਟਵੇਅਰ ਨੂੰ ਆਪਾਂ ਯੂਜ਼ ਨਹੀਂ ਕਰਾਂਗੇ। ਉਸ ਸੌਫਟਵੇਅਰ ਨੇ ਤੁਹਾਨੂੰ ਤਿਆਰ ਕਰਕੇ ਦੇ ਦਿੱਤੀ ਇਹ ਵਾਲੀ ਫਾਈਲ। ਹੁਣ ਅਗਲਾ ਸਟੈਪ ਹੈਗਾ, ਇਹ ਫਾਈਲ ਗਵਰਨਮੈਂਟ ਨੇ ਬਣਾ ਕੇ ਦਿੱਤੀ ਵੀ ਇੱਦਾਂ ਦੀ ਫਾਈਲ ਬਣਾ ਕੇ ਤੁਹਾਨੂੰ ਦਿਓ, ਪਰ ਇਹਦੇ ਵਿੱਚ ਇੱਕ ਸਟੈਪ ਹੋਰ ਹੈ। ਜਿਹੜੀ ਇਹ ਐਕਸਲ ਦੀ ਫਾਈਲ ਹੈ, ਇਹਨੂੰ ਆਪਾਂ ਨੇ ਕਨਵਰਟ ਕਰਨਾ JSON ਦੇ ਵਿੱਚ। ਆ ਬਣੀ ਤਾਂ ਹੋਈ ਹੈ JSON, ਇਹਨੂੰ ਖੋਲ ਕੇ ਦੇਖੋ, ਇਹ ਵਰਡ 'ਚ ਖੁੱਲ ਜੂਗੀ, ਵਰਡ ਪੈਡ 'ਚ। ਜਿਹੜੀ ਫਾਈਲ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਨਾ ਐਕਸਲ ਦੀ, ਉਹੀ ਫਾਈਲ ਹੈ। ਇਹ ਦੂਜੀ ਤਰ੍ਹਾਂ ਲਿਖਿਆ ਹੈ GSTIN, ਇੱਥੇ ਸਾਡਾ GST ਨੰਬਰ ਲਿਖਿਆ, ਇਹ ਸਾਡੀ ਫਰਮ ਦਾ ਨੰਬਰ ਹੈ, ਬਿਲਿੰਗ ਕਲਿਆਣ ਸਟੋਰ, ਜਿਹਦੀ ਮੈਂ ਰਿਟਰਨ ਭਰ ਰਿਹਾ, ਉਹਦਾ ਨੰਬਰ ਹੈ। FP ਦਾ ਮਤਲਬ ਫਾਈਨੈਂਸ਼ੀਅਲ ਪੀਰੀਅਡ 12/2021, ਦਸੰਬਰ 2021 ਦੀ ਰਿਟਰਨ ਹੈ। ਆਹ ਵਰਜ਼ਨ ਹੈ, ਹੈਸ਼ ਹੂਸ਼ ਲਿਖਿਆ। ਆਹ ਦੇਖੋ B2B ਸ਼ੀਟ ਇੱਥੋਂ ਸ਼ੁਰੂ ਹੋ ਗਈ, B2B ਸ਼ੀਟ ਇੱਥੋਂ ਸਟਾਰਟ ਹੋ ਗਈ। ਮੈਂ ਵੱਡਾ ਕਰਦਾ, B2B ਸ਼ੀਟ ਇੱਥੋਂ ਸ਼ੁਰੂ ਹੋ ਗਈ। ਯਾਨੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਫਾਈਲ ਐਕਸਲ ਦੀ ਸ਼ੋ ਕੀਤੀ ਹੈ, ਉਹੀ ਫਾਈਲ ਇੱਦਾਂ ਇਹ ਕੋਡਿੰਗ 'ਚ ਲਿਖੀ ਹੋਈ ਹੈ। B2B ਸ਼ੀਟ ਦਾ ਆ ਬ੍ਰੈਕਟ ਸਟਾਰਟ ਹੋ ਗਈ। ਇਹ ਬ੍ਰੈਕਟ ਬੰਦ ਕਿੱਥੇ ਹੋਊਗੀ? ਜਿੱਥੇ B2B ਸ਼ੀਟ ਬੰਦ ਹੋਊਗੀ, ਬਹੁਤ ਥੱਲੇ ਹੈਗੇ। ਇਹਦੇ ਵਿੱਚ ਫਿਰ C10 ਕਸਟਮਰ ਦਾ 10 ਨੰਬਰ, ਆ ਕਸਟਮਰ ਦਾ 10 ਨੰਬਰ ਇਹ ਹੈ। ਇਹ ਕੀ ਆ? ਇਨਵਾਇਸ ਹੈ। ਆ ਇਨਵਾਇਸ ਨੰਬਰ 850, ਉਹਦੀ ਡੇਟ 8/12, ਉਹਦੀ ਵੈਲਿਊ 8000 ਇਨਵਾਇਸ ਦੀ ਵੈਲਿਊ ਹੈ। POS 50, ਪਲੇਸ ਆਫ ਸਪਲਾਈ 03। ਇਹ ਕੋਡਿੰਗ ਦੇ ਵਿੱਚ ਜਿਹੜੀ ਮੈਂ ਕੀ ਕਹੂੰਗਾ ਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਐਕਸਲ 'ਚ ਤੁਹਾਨੂੰ ਮੈਂ ਫਾਈਲ ਦਿਖਾਈ ਹੈ, ਉਹੀ ਸੇਮ, ਉਹੀ ਸਾਰਾ ਡਾਟਾ ਇਨ ਬਿਨ ਇੱਦਾਂ ਦੀ ਫਾਈਲ 'ਚ ਆ ਗਿਆ। ਇਹਨੂੰ ਕਹਿੰਦੇ JSON ਫਾਈਲ। ਗਵਰਨਮੈਂਟ ਇਸ ਤਰ੍ਹਾਂ ਦੀ ਭਾਸ਼ਾ ਸਮਝਦੀ ਹੈ। ਜਿਹੜਾ ਗਵਰਨਮੈਂਟ ਦਾ ਉਹ ਪੋਰਟਲ ਹੈ, ਉਹਨੂੰ ਐਕਸਲ ਦੀ ਫਾਈਲ ਨਹੀਂ ਸਮਝ ਲੱਗਣੀ, ਉਹ ਤਾਂ ਮੈਂ ਤੁਹਾਨੂੰ ਦਿਖਾਉਣ ਵਾਸਤੇ ਸਮਝਾਤੀ, ਆਪਾਂ ਆਪ ਚੈੱਕ ਕਰਨ ਵਾਸਤੇ। ਉਹੀ ਐਕਸਲ ਤੋਂ ਫਾਈਲ ਆਪੇ ਬਣੀ ਹੋਈ ਹੈ, ਐਕਸਲ ਦੀ ਫਾਈਲ ਤੋਂ ਇਹ ਫਾਈਲ ਆਪੇ ਬਣੀ ਹੋਈ ਹੈ। ਜੋ ਐਕਸਲ 'ਚ ਉਹੀ ਇਹ 'ਚ ਹੈ। ਇਹ ਲੈਂਗੁਏਜ ਨੂੰ ਕੰਪਿਊਟਰ ਦਾ ਸਮਝਦਾ ਆ। ਸੇਮ ਉਹੀ ਮੈਂ ਫਿਰ ਕਹਿਣ ਲੱਗਿਆ, ਜੋ ਐਕਸਲ 'ਚ ਮੈਂ ਤੁਹਾਨੂੰ ਦਿਖਾਇਆ ਉਹੀ ਸਾਰਾ ਕੁਝ ਇਹ 'ਚ ਹੈ। ਉਹੀ ਸਾਰਾ ਕੁਝ ਬੜੀ ਵੱਡੀ ਫਾਈਲ ਥੱਲੇ ਦੇਖੋ ਉਹਦਾ, ਇਹ ਥੱਲੇ ਨੂੰ ਮੈਂ ਜਾ ਰਿਹਾ। ਆਹ ਦੇਖੋ HSN ਵਾਲੀ ਸਮਰੀ ਵੀ ਹੈਗੀ ਆ ਕਿ ਜਿਵੇਂ HSN ਵਾਲੀ ਸਮਰੀ ਆ ਹੈਗਾ ਨੰਬਰ, ਇਹ ਹੋ ਗਿਆ
HSN नंबर 45 आ HSN नहीं, ये तो सीरियल नंबर है 45, HSN कोड आह ते आइटम दिस DESC DES आइटम की डिस्क्रिप्शन गोवर्धन की 1 लीटर ਦੇ ਵਿੱਚ ਹੈ, यानी ये HSN वाइज सारी समरी हैगी है। डॉक्यूमेंट भी ने लास्ट शीट में देखी डॉक्यूमेंट वाली, डॉक्यूमेंट का जो नंबर है वो 826 तो लैके 988 तक टोटल 163 डॉक्यूमेंट्स ने, कैंसल कोई नहीं होएगा। एवरी एक्सल का डाटा ये फाइल च आ गया, इनू आप कहने JSON फाइल। ये फाइल भी सॉफ्टवेयर ने तैयार करती। हुण आपां करना की हुंदा आ, आपां GST की वो वैबसाइट लॉगिन कर लेनी है। जस्ट मैं जी मैं क्रोम खोल लिया, ये मैं GST की वैबसाइट खोलनी है gst.gov.in वैबसाइट खुल गई। ये मैं लॉगिन करन लग्या, लॉगिन करन लग्या की है जिन्ने भी दुकानदार ने जिद्दां मिलन किराना स्टोर है वह भी एक लॉगिन ID ते पासवर्ड गवर्नमेंट वालों अलॉटेड है। मैं वह लॉगिन ID मैनू याद है तो मैं भरन लग्या, वो गलत हो गया। मैं की कीता जी, उस कंपनी का यूजर ID पासवर्ड ते आ जिहड़े अखर लिखे हुए ने इत्थे भर के लॉगिन करन लग्या। लॉगिन हो गया। लॉगिन होने ते ना इत्थे शो कर रहा ਉਹਦੇ ओनर का नाम सतनाम, ये मालिक का नाम है उस फर्म दे, इत्थे सतनाम। हुण मैं तुहानूं इत्थे दिखाउणा रिटर्न भरन वास्ते, आ देखो GST-1 रिटर्न है जिहड़ी ये दिसंबर की हले फाइल करनी है, लिखा ना दिसंबर 2021 टू बी फाइल्ड, इत्थे लिखा लास्ट डेट 11 जनवरी है, यानी 10 जनवरी नहीं है, 11 जनवरी लास्ट डेट लिखी हुई है। तो GST-3B की जी रिटर्न भरन की लास्ट डेट है 21/1 है, पर आप 11 है, आप भी कोशिश करांगे अज ही भरांगे। ये रिटर्न भरन वास्ते तरीका की है, आप इत्थे ना रिटर्नस डैशबोर्ड, रिटर्न डैशबोर्ड से चले गए। इस डैशबोर्ड पर गए तो कंप्यूटर पूछता है कि किहड़े पीरियड की है, 2021 सन की 3rd क्वार्टर के दिसंबर आता है। तो 3rd क्वार्टर के 3 महीने ने अक्तूबर नवंबर, तो पर यह दिसंबर की भरनी है। मैं दिसंबर चूज करके सर्च कर लगे, दिसंबर दी रिटर्न दिखण लगियां। दिसंबर GST रिटर्न की तरीक 11 लास्ट डेट है, मैं अज ही भरनी है। भरन के 2 तरीके ने, एक है ऑनलाइन, एक है ऑफलाइन। ऑनलाइन का मतलब भी जो ये ऑनलाइन पर क्लिक करा कि सानू खुद डिटेल आप टाइप करनी पैणगियां, B2B की किले किले बिल, जिदा आप देखा 11 बिल B2B वाले ने कला कला बिल खुद भरना पऊगा। इट इज़ डिफिकल्ट काम, वो सारी डिटेल जी एक्सल चों देख के चलो, उधर भरी चलो। आप भरनी सौखी है नहीं, औखी है। ऑफलाइन का मतलब वो जी फाइल तो मैं दिखाई सी एक्सल की फाइल, वही सेम JSON फाइल भी है। आप JSON फाइल जिमें आप ईमेल किसी को भेजनी हो अटैच कर दें, इदा ही इतने ऑफलाइन का मतलब है आप ऑफलाइन गए तो कंप्यूटर पूछता जी थोड़िया इनवॉइसां ने, वो जी JSON फाइल आ वो अपलोड कर देनी है। मैं की करूँगा, चूज फाइल पर क्लिक करूँगा। और सॉफ्टवेयर ने डेस्कटॉप के मैं फोल्डर बनाई थी ना मिलन दिसंबर, यदी आ फाइल में मैं क्लिक करके ओपन कर देना है। मैं हुण नहीं करता, थोड़ी जी मैनूं करैक्शन की लोड़ है, मैं एक्चुअली नहीं करनी, बट प्रोसैस यही है। मैं ये फाइल नूं क्लिक करके ओपन करूँगा, तो ओपन मैं इत्थे कैंसल कर लगे, ओपन करूँगा तो वो सारी फाइल गवर्नमेंट के कोल पहुँच जाऊगी। गवर्नमेंट आटोमैटिकली की करूँगी, रिटर्न का डाटा उत्थे भरिया जाऊगा। मतलब उन्हें हो सकता कि कुछ मिनट प्रोसैसिंग लग जाए, प्रोसैसिंग करने तो बाद जी ये सारी डिटेल है ये गवर्नमेंट के कोल पहुँच जाऊगी कि ये इन्ने बिल B2B वाले ने, इन्ने B2C वाले ने, इन्नी समान की विक्री आ, सारी डिटेल जी आप एक्सल देखी सी वो सारी की सारी डिटेल गवर्नमेंट के पोर्टल के उत्ते अपलोड हो जाऊगी। सानू फिल नहीं करनी पऊगी। ऑन दी अदर हैंड दूजा तरीका, जे आप ऑफलाइन भरीए, सॉरी ऑनलाइन भरीए, ऑनलाइन दे विच की हैगा, मैनू वो डिटेल आप भरनी पैनी है। मैं दुबारा दी रिटर्न च गया, इत्थे मैं दुबारा दी चूज करदा दिसंबर की। ऑनलाइन भरन का मतलब जो मैं ऑनलाइन पर क्लिक करूँगा तो इत्थे मैं आप B2B वाले बिल भरूँगा। जो मैंने क्लिक किया B2B के बिल इतने ऐड रिकॉर्ड पर जाऊँगा, मैं कला कला बिल खुद टाइप करूँगा। खुद टाइप करने टाइम भी लगूगा, एरर के भी चांसेस ने, मैं रकम गलत भर सकता, ध्यान कितने होर चला गया। जिवें मैं ऐड रिकॉर्ड पर क्लिक करूँगा ना,
ਤਾਂ ਇੱਥੇ ਭਰਦਾ ਕੰਪਿਊਟਰ ਪੁੱਛਦਾ ਵੀ ਕਿਹਨੂੰ ਸਮਾਨ ਵੇਚਿਆ, ਉਹਦਾ GST ਨੰਬਰ ਭਰੋ ਜੀ। GST ਨੰਬਰ ਭਰਾਂਗੇ, ਨਾਮ ਆਪੇ ਆ ਜਾਊਗਾ। ਉਸ ਤੋਂ ਬਾਅਦ ਇੱਥੇ ਇਨਵਾਇਸ ਨੰਬਰ, ਡੇਟ, ਕਿੰਨੀ ਅਮਾਊਂਟ ਹੈ, ਇੱਥੇ ਪਲੇਸ ਆਫ ਸਪਲਾਈ ਕਿਹੜੀ ਸਟੇਟ ਦਾ ਉਹ ਡੀਲਰ ਹੈ, ਇਹ ਵੀ ਆਪੇ ਆ ਜਾਊਗੀ। ਜਦੋਂ ਆਪਾਂ GST ਨੰਬਰ ਭਰਾਂਗੇ, ਜੇ GST ਨੰਬਰ ਪੰਜਾਬ ਦਾ ਤਾਂ ਇੱਥੇ ਪੰਜਾਬ ਆਪੇ ਆ ਜਾਊਗਾ। ਫਿਰ ਸਪਲਾਈ ਟਾਈਪ, ਰੈਗੂਲਰ ਸਪਲਾਈ, ਇੱਥੇ ਆਪਣੇ ਵੀ ਆਪਸ਼ਨ ਆ ਜਾਣੇ ਰੈਗੂਲਰ ਜਾਂ ਚੂਜ਼ ਕਰਨ ਵਾਸਤੇ। ਜਦੋਂ ਆਪਾਂ ਭਰਾਂਗੇ ਇੱਥੇ ਆ ਜਾਣੇ ਆਪਸ਼ਨ। ਉਸ ਤੋਂ ਬਾਅਦ ਅੱਗੇ ਜਦੋਂ ਆਪਾਂ ਨੈਕਸਟ ਇਹਦੇ ਜਦੋਂ ਭਰਾਂਗੇ ਤੇ ਆਪਣੇ ਵੀ ਇੱਥੇ ਇਹ ਵੀ ਪੁੱਛੂਗਾ ਕਿ ਕਿਹੜੀ ਰੇਟ ਵਾਲਾ 5% ਵਾਲਾ ਕਿੰਨਾ, ਉਹ ਕੀ ਖੁੱਲਣਗੇ ਆਪਸ਼ਨ। 5% ਵਾਲਾ ਕਿੰਨਾ, 12 ਵਾਲਾ ਕਿੰਨਾ ਜਾਂ 18 ਵਾਲਾ ਕਿੰਨਾ, ਉਹ ਅਮਾਊਂਟ ਆਪ ਭਰਨੇ ਪੈਣਗੇ। ਬਟ ਕੱਲਾ ਬਿੱਲ ਖੁਦ ਭਰਨ ਨੂੰ ਤਾਂ ਬਹੁਤ ਟਾਈਮ ਲੱਗ ਜਾਊਗਾ। ਮੈਨੂੰ ਪਤਾ ਕਿ ਰਿਟਰਨ ਦੀ ਲਾਸਟ ਡੇਟ ਕੱਲ੍ਹ ਦੀ ਹੈ ਜਾਂ ਅੱਜ ਦੀ ਵੀ ਹੋਵੇ, ਤਾਂ ਵੀ ਮੈਂ ਜੇ ਅਗਰ ਇੱਦਾਂ ਆਪ ਭਰਨੇ ਹੋਣ ਫਿਰ ਤਾਂ ਮੈਨੂੰ 4 ਦਿਨ ਲੱਗਣ ਜਾਂ 6 ਦਿਨ ਲੱਗਣ, ਡਿਪੈਂਡ ਕਰਦਾ ਹੈ ਕਿ ਮੇਰਾ ਡਾਟਾ ਕਿੰਨਾ ਕੁ ਹੈ। ਪਰ ਮੈਨੂੰ ਪਤਾ ਕਿ ਮੈਂ ਨਹੀਂ ਭਰਨੇ, ਮੇਰੇ ਵਾਸਤੇ ਤਾਂ ਇਹ ਕੰਮ 10 ਮਿੰਟ ਦਾ ਹੀ ਹੋਊਗਾ। ਮੈਂ ਡਾਟਾ ਅਪਲੋਡ ਕਰੂੰਗਾ, ਪ੍ਰੋਸੈਸਿੰਗ ਨੂੰ ਟਾਈਮ ਲਗਾ ਕੇ ਬਾਅਦ 'ਚ ਮੈਂ ਫਾਈਲ ਕਰ ਦੂੰਗਾ। ਮੈਂ ਇਹ ਸਾਰਾ ਪ੍ਰੋਸੈਸ ਨਾ ਜਿਹੜਾ ਹੈਗਾ, ਜਿਵੇਂ ਮੈਂ ਹੁਣ ਸਿਖਾ ਰਿਹਾ, ਇਹਨੂੰ ਕੰਪਲੀਟ ਕਰੂੰਗਾ। ਮੈਂ ਇਹਦੀ YouTube 'ਚ ਵੀਡੀਓ ਪਾ ਦੇਣੀ ਹੈ, ਹੁਣ ਵੀ ਆ ਰਿਕਾਰਡ ਹੋ ਰਿਹਾ, YouTube 'ਚ ਵੀਡੀਓ ਭੇਜਣੀ ਹੈ।